ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋਂ ਤਾਰਾ ਪਰ ਪੁੰਨ ਪੁੰਨ ਸੀਸਾ। ਵਾਹਿਗੁਰੂ ਪੁੰਨ ਪੁੰਨ ਬੰਦੋਂ ਬਾਰੇ ਬਾਰੇ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਜਿਸਮੈ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਧ, ਬੰਧੋਂ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸਾ ਕੀਨ ਬਿਸਰਾਮ ਕਸਾਈ, ਪ੍ਰਾਤ ਅਠੇ ਕਰ ਸੋਚ ਸਬਾਈ। ਸੁਰ ਸਰ ਪਾਵਨ ਜਲ ਮਹਿ ਮੱਜਾ, ਜਿਸ ਪਰ ਸੇ ਸਭ ਕੇ ਅਗ ਭੱਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਸੁਭਾਏਮਾਨ ਹੋ ਕੇ, ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ, ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਨਿਤਨੇਮ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਆਰਤੀ ਆਰਤੇ ਦਾ ਕੀਰਤਨ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸਾਹਿਬੇ ਕਮਾਲ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਸਰਬੰਸਦਾਨੀ, ਦੇਗ ਤੇਗ ਦੇ ਧਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਜੋੜੀਏ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਇਤਿਹਾਸ ਨਾਲ ਜੁੜੀਏ। ਮਹਾਰਾਜ ਪਟਨੇ ਸਾਹਿਬ ਤੋਂ ਚੱਲ ਕੇ ਪੜਾਉਂ ਪੜਾਈ ਕਾਂਸ਼ੀ ਪਹੁੰਚੇ, ਉੱਥੋਂ ਅਯੁੱਧਿਆ, ਔਰ ਅਯੁੱਧਿਆ ਤੋਂ ਅਨੇਕਾਂ ਨਗਰਾਂ ਸ਼ਹਿਰਾਂ ਨੂੰ ਤਾਰਦੇ ਹੋਏ ਲਖਨਊ ਵੱਲੋਂ, ਅਤੇ ਬਹੁਤ ਸਾਰੇ ਅਸਥਾਨਾਂ ਦਾ ਪਤਾ ਨਹੀਂ ਚੱਲਦਾ, ਕਿਉਂਕਿ ਮਹਾਰਾਜ ਦਾ ਪੜਾਅ ਤਾਂ ਹਰ 40-50 ਕਿਲੋਮੀਟਰ 'ਤੇ ਹੁੰਦਾ ਹੀ ਸੀ। ਪਰ ਮੁੱਖ ਮੁੱਖ ਅਸਥਾਨਾਂ ਦਾ ਕਵੀ ਜੀ ਨੇ ਜ਼ਿਕਰ ਕੀਤਾ ਹੈ, ਜਿੱਥੇ ਗੁਰਦੁਆਰੇ ਬਣ ਗਏ ਜਾਂ ਕੁਛ ਨਿਸ਼ਾਨੀਆਂ ਪੁਰਾਣੇ ਲੋਕਾਂ ਤੋਂ ਪਤਾ ਲੱਗੀਆਂ ਵੀ ਇੱਥੇ ਆਏ ਸਨ ਗੁਰੂ ਸਾਹਿਬ। ਉਹਨਾਂ ਵਿੱਚੋਂ ਹਰਿਦੁਆਰ ਦੇ ਲਾਗੇ ਜੋ ਮਾਇਆਪੁਰੀ ਹੈ, ਇਹਨੂੰ ਮਾਇਆਪੁਰੀ ਵੀ ਕਹਿੰਦੇ, ਮਾਇਆਪੁਰੀ ਵੀ ਲਿਖਿਆ ਅਤੇ ਇਸ ਨੂੰ ਹਰਿਦੁਆਰ ਵੀ ਕਹਿੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਨਹਿ ਮਿਲੀਐ ਹਰਿਦੁਆਰਾ, ਇਹ ਪੰਕਤੀ ਦੇ ਅਰਥ ਕਰਦਿਆਂ ਭਾਈ ਕਾਹਨ ਸਿੰਘ ਜੀ ਨੇ ਇਸ ਨੂੰ ਹਰਿਦੁਆਰ, ਉਹ ਜੋ ਕਨਖਲ ਦੇ ਲਾਗੇ ਬ੍ਰਹਮ ਕੁੰਡ ਵੀ ਕਹਿੰਦੇ ਆ। ਸੋ ਇਹ ਜਗ੍ਹਾ ਕਲਗੀਧਰ ਪਾਤਸ਼ਾਹ ਰੁਕੇ ਸਨ। ਇੱਥੇ ਰਾਤ ਨੂੰ ਵਿਸ਼ਰਾਮ ਕੀਤਾ ਅਤੇ ਅਗਲੇ ਦਿਨ ਇੱਥੇ ਹੀ ਗੁਰੂ ਸਾਹਿਬ ਨੂੰ ਇਹ ਸੁਨੇਹਾ ਮਿਲਿਆ ਕਿ ਤੁਸੀਂ ਸਿੱਧਾ ਅਨੰਦਪੁਰ ਜਾਣ ਦੀ ਬਜਾਏ ਪਹਿਲਾਂ ਤੁਸੀਂ ਲਖਨੌਰ ਜਾ ਕੇ ਨਿਵਾਸ ਕਰੋ। ਸੋ ਉਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸਾ ਕੀਨ ਬਿਸਰਾਮ ਕਸਾਈ। ਸਤਿਗੁਰੂ ਜੀ ਨੇ ਰਾਤ ਦਾ ਸਮਾਂ ਇੱਥੇ ਹਰਿਦੁਆਰ ਦੇ ਲਾਗੇ ਕਨਖਲ ਦੇ ਕੋਲ ਮਾਇਆਪੁਰੀ ਵਿਖੇ ਗੁਜ਼ਾਰਿਆ ਹੈ।
ਪ੍ਰਾਤ ਉਠੇ ਕਰ ਸੋਚ ਸਬਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਸੋਧੇ ਹਨ। ਸਰਸਰ ਪਾਵਨ ਜਲ ਮਹਿ ਮੱਜਾ ਜੋ ਗੰਗਾ ਦਾ ਬਹੁਤ ਨਿਰਮਲ ਪਵਿੱਤਰ ਸਵੱਛ ਨੀਲਾ ਨੀਲਾ ਜਲ ਇੱਥੇ ਵਗਦਾ ਹੈ, ਬਹੁਤ ਹੀ ਪਵਿੱਤਰ ਸਵੱਛ ਇਹ ਇੱਥੇ ਗੰਗਾ ਵਗਦੀ ਹੈ। ਅੱਗੇ ਜਾ ਕੇ ਗੰਗਾ ਬਹੁਤ ਮੈਲੀ ਹੋ ਜਾਂਦੀ ਹੈ, ਪਰ ਸਾਧ ਸੰਗਤ ਜੀ ਉੱਪਰੋਂ ਰਿਸ਼ੀਕੇਸ਼ ਵੱਲੋਂ ਜਾਂ ਪਹਾੜਾਂ ਵੱਲੋਂ ਗੰਗਾ ਇੱਥੋਂ ਤੱਕ ਬੜੀ ਸਾਫ਼ ਆਉਂਦੀ ਹੈ। ਸੋ ਇੱਥੇ ਆ ਕੇ ਸਤਿਗੁਰੂ ਜੀ ਨੇ ਗੰਗਾ ਦਾ ਇਸ਼ਨਾਨ ਕੀਤਾ ਹੈ। ਜਿਸ ਪਰ ਸੇ ਸਭ ਕੇ ਅਗ ਭੱਜੈ ਗੰਗਾ ਦਾ ਬਹੁਤ ਵੱਡਾ ਮਹਾਤਮ ਪੁਰਾਤਨ ਸਮੇਂ ਤੋਂ ਹੀ ਚੱਲਿਆ ਆਉਂਦਾ ਹੈ। ਐਸਾ ਲੋਕ ਮੰਨਦੇ ਹਨ ਵੀ ਜਿਸ ਬੰਦੇ ਦੀਆਂ ਹੱਡੀਆਂ ਗੰਗਾ 'ਚ ਪੈ ਜਾਂਦੀਆਂ ਉਹਦੇ 100 ਜਨਮ ਦੇ ਪਾਪ ਕੱਟੇ ਜਾਂਦੇ ਆ। ਸੋ ਇਹ ਤਾਂ ਮਨ ਦੀ ਭਾਵਨਾ ਸ਼ਰਧਾ ਤੇ ਮੁਨੱਸਰ ਹੈ ਸਾਧ ਸੰਗਤ ਜੀ। ਜੈਸੀ ਜੈਸੀ ਕਿਸੇ ਦੀ ਭਾਵਨਾ ਹੈ, ਪਰਮੇਸ਼ਰ ਵੈਸਾ ਵੈਸਾ ਫਲ ਦਿੰਦਾ ਹੈ। ਸੋ ਜਿਸ ਗੰਗਾ ਦਾ ਸਭ ਤੋਂ ਜ਼ਿਆਦਾ 999 ਨਦੀਆਂ ਹਿੰਦੁਸਤਾਨ ਵਿੱਚ ਜਾਂ ਏਸ਼ੀਆ ਦੇ ਵਿੱਚ ਜਾਂ ਦੁਨੀਆ 'ਚ ਮੰਨੀਆਂ ਜਾਂਦੀਆਂ ਨੇ, ਉਹਨਾਂ ਵਿੱਚੋਂ ਗੰਗਾ ਸਭ ਦੀ ਰਾਣੀ ਮੰਨੀ ਗਈ ਹੈ। ਹਾਂਜੀ, ਕਹਿ ਮਹਿ ਮਾਤਾ ਬਲੌਦਜ ਆਏ ਕਹਿੰਦੇ ਜਦੋਂ ਇਸ਼ਨਾਨ ਕਰਕੇ ਸਤਿਗੁਰੂ ਜੀ ਹਟੇ ਤਾਂ ਬ੍ਰਾਹਮਣ ਜਿਹੜੇ ਉਹ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਕੋਲੋਂ ਦਾਨ ਮੰਗਣ ਵਾਸਤੇ ਆ ਗਏ। ਜਾਚਤ ਪਏ ਦਰਬ ਸਮਦਾਏ ਸਾਰੇ ਬ੍ਰਾਹਮਣਾਂ ਨੇ ਆ ਕੇ ਨਮਸਕਾਰ ਕੀਤੀ ਔਰ ਗੁਰੂ ਸਾਹਿਬ ਕੋਲੋਂ ਮਾਇਆ ਦੀ, ਧਨ ਦੀ, ਦੌਲਤ ਦੀ ਮੰਗ ਕੀਤੀ ਹੈ। ਨਿਕਸ ਗੁਰੂ ਜਬ ਬਾਹਰ ਬੈਸੇ ਜਦੋਂ ਮਹਾਰਾਜ ਗੰਗਾ ਚੋਂ ਨਿਕਲ ਕੇ ਬਾਹਰ ਬੈਠੇ ਹਨ ਦੀਨਸ ਧਨ ਲੈ ਆਨੰਦ ਜੈਸੇ ਔਰ ਮਹਾਰਾਜ ਨੇ ਸਾਰਿਆਂ ਹੀ ਗਰੀਬ ਗੁਰਬੇ ਨੂੰ, ਬ੍ਰਾਹਮਣਾਂ ਨੂੰ, ਸਾਧੂਆਂ ਨੂੰ ਖੁੱਲਾ ਦਾਨ ਦਿੱਤਾ ਹੈ। ਇਸ ਪ੍ਰਕਾਰ ਦਿਨ ਕਿਤਕ ਬਿਤਾਏ ਇਸ ਤਰ੍ਹਾਂ ਕੁਝ ਦਿਨ ਬਤੀਤ ਕਰਕੇ ਕਰਿਓ ਕੂਚ ਪਨ ਪੰਥ ਸਦਾਏ ਉੱਥੋਂ ਮਹਾਰਾਜ ਚਾਲਾ ਪਾਇਆ ਹੈ ਤੇ ਅੱਗੇ ਨੂੰ ਤੁਰ ਪਏ ਹਨ। ਦੋਇ ਮੰਜ਼ਲ ਕਰ ਪਹੁੰਚੇ ਤਹਾ 2 ਮੰਜ਼ਲਾਂ ਅਜੇ ਕੀਤੀਆਂ ਸਨ। 2 ਮੰਜ਼ਲਾਂ ਤੋਂ ਬਾਅਦ ਸੂਰਜ ਸਤਾ ਪ੍ਰਵਾਹਤ ਜਹਾਂ ਜਿੱਥੇ ਜਮਨਾ ਦਾ ਕਿਨਾਰਾ ਹੈ, ਜਮਨਾ ਵਗਦੀ ਹੈ, ਯਾਨੀ ਹਰਿਦੁਆਰ ਤੋਂ ਜਮਨਾ ਤੱਕ ਆਉਂਦਿਆਂ 2 ਦਿਨ ਲੱਗ ਗਏ। ਹੌਲੇ ਹੌਲੇ ਸਤਿਗੁਰੂ ਜੀ ਜਮਨਾ ਦੇ ਕੰਢੇ ਪਹੁੰਚ ਗਏ। ਕਰ ਇਸ਼ਨਾਨ ਧਰਣੀ ਚੜ ਚਾਲੇ ਇਸ਼ਨਾਨ ਜਮਨਾ ਦਾ ਵੀ ਕੀਤਾ ਹੈ ਤੇ ਫਿਰ ਕਿਸ਼ਤੀ 'ਚ ਬੈਠ ਕੇ, ਬੇੜੀ 'ਚ ਬੈਠ ਕੇ ਜਮਨਾ ਪਾਰ ਕੀਤੀ। ਇਹ ਸਾਧ ਸੰਗਤ ਜੀ ਇਲਾਕਾ ਜਮਨਾ ਨਗਰ ਜਗਾਦਰੀ ਦਾ, ਇੱਥੇ ਜਮਨਾ ਪੈਂਦੀ ਹੈ। ਲਗਭਗ ਜਮਨਾ ਨਗਰ ਜਗਾਦਰੀ ਤੋਂ 10 ਕਿਲੋਮੀਟਰ ਪਰਾਂ ਹਟ ਕੇ ਬੂੜੀਏ ਪਿੰਡ ਤੋਂ ਅਗਲੇ ਪਾਸੇ ਜਮਨਾ ਵਗਦੀ। ਉੱਧਰੋਂ ਪੌਂਟੇ ਸਾਹਿਬ ਵੱਲੋਂ ਉੱਪਰੋਂ ਆਉਂਦੀ ਪਹਾੜਾਂ 'ਚੋਂ ਤੇ ਥੱਲੇ ਇਹ ਜਮਨਾ ਨਗਰ ਜਗਾਦਰੀ ਦੇ ਲਾਗੇ। ਇੱਥੋਂ ਕੋ ਮਹਾਰਾਜ ਪਾਰ ਲੰਘੇ ਹਨ। ਸ੍ਰੀ ਗੁਰੂ ਅਮਰਦਾਸ ਜੀ ਵੀ ਇੱਥੋਂ ਹੀ ਪਾਰ ਲੰਘੇ ਸਨ। ਇਹ ਘਾਟ ਹੁੰਦਾ ਸੀ, ਇੱਥੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਮਨਾ ਪਾਰ ਕੀਤੀ ਸੀ। ਇੱਥੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਮਨਾ ਉਰਲੇ ਪਾਸੇ ਆਏ ਹਨ, ਪੰਜਾਬ ਵਾਲੇ ਪਾਸੇ ਨੂੰ। ਸ਼ਿਆਮਲ ਜਲ ਅਵਲੋਕ ਬਿਸਾਲੇ ਇਹਦਾ ਪਾਣੀ ਸਾਧ ਸੰਗਤ ਜੀ ਨੀਲੀ ਕਾਲੀ ਭਾਅ ਮਾਰਦਾ। ਇਹਨੂੰ ਸ਼ਿਆਮਲ ਕਾਲੇ ਰੰਗ ਦਾ ਜਿਵੇਂ ਹੁੰਦਾ ਨਾ ਨੀਲਾ ਪਾਣੀ, ਇਹਦਾ ਜਦੋਂ ਵੀ ਜਲ ਵਗੇਗਾ ਤੁਸੀਂ ਦੇਖ ਲੈਣਾ ਕਦੀ, ਜਮਨਾ ਦਾ ਪਾਣੀ ਨੀਲਾ ਸ਼ਿਆਮਲ ਰੰਗ ਦਾ ਹੈ। ਕਹਿੰਦੇ ਆ ਇਹ ਸ਼ਿਆਮ ਦੀ ਭਗਵਾਨ ਕ੍ਰਿਸ਼ਨ ਜੀ ਦੀ ਪਤਨੀ ਸੀ, ਜਮ ਦੀ ਇਹ ਭੈਣ ਸੀ, ਇਸ ਕਰਕੇ ਇਹਨੂੰ ਜਮਨਾ ਕਹਿੰਦੇ ਤੇ ਸੂਰਜ ਦੀ ਇਹ ਪੁੱਤਰੀ ਮੰਨੀ ਗਈ ਹੈ। ਜਬ ਉਰਾਰ ਉਤਰੇ ਗੁਰ ਆਏ ਜਦੋਂ ਉਰਲੇ ਪਾਸੇ ਮਹਾਰਾਜ ਆ ਗਏ ਨੇ, ਭਾਵ ਇੱਧਰ ਜਮਨਾ ਨਗਰ ਜਗਾਦਰੀ ਵਾਲੇ ਪਾਸੇ ਨੂੰ, ਕੁਰਸ਼ੇਤਰ ਵਾਲਾ ਜਿਹੜਾ ਪਾਸਾ ਹੈ, ਇੱਧਰ ਨੂੰ ਉਤਰੇ ਹਨ ਆ ਕੇ। ਸੰਗੀ ਪਹੁੰਚੇ ਤਬ ਸਮਦਾਏ ਉਸ ਵੇਲੇ ਗੁਰੂ ਸਾਹਿਬ ਦੀਆਂ ਸੰਗਤਾਂ ਬਹੁਤ ਆ ਕੇ ਮਿਲੀਆਂ ਹਨ। ਹੋਏ ਅਸਵਾਰ ਚਲਨ ਚਬ ਲਾਗੇ ਸਾਰੇ ਸੰਗੀਆਂ ਨੂੰ ਨਾਲ ਲੈ ਕੇ ਜਦੋਂ ਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਚੱਲਣ ਲੱਗੇ, ਪੰਥ ਵਹੀਰ ਪਿਆਨੋ ਆਗੇ ਮਹਾਰਾਜ ਦਾ ਵਹੀਰ ਅੱਗੇ ਅੱਗੇ ਤੁਰਿਆ ਜਾਂਦਾ, ਨਾਲ ਮਹਾਰਾਜ ਤੁਰੇ ਜਾਂਦੇ ਨੇ। ਤਬ ਹੈ ਪਿਤਾ ਕੇ ਆਏ ਸੰਦੇਸੇ ਉਸ ਵੇਲੇ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁਨੇਹਾ ਪਹੁੰਚਿਆ ਹੈ। ਭੇਜੇ ਜਬ ਦਲੀਸ ਪਰਵੇਸ਼ੇ ਮਹਾਰਾਜ ਨੇ ਜਦੋਂ ਦਿੱਲੀ ਦੇ ਬਾਦਸ਼ਾਹ ਦੇ ਸਿਰ ਆਪਣੇ ਸਰੀਰ ਦਾ ਠੀਕਰਾ ਭੰਨਣਾ ਸੀਗਾ, ਸ਼ਹੀਦੀ ਪ੍ਰਾਪਤ ਕਰਨੀ ਸੀ, ਉਸ ਤੋਂ ਪਹਿਲਾਂ ਇਹ ਸੁਨੇਹਾ ਭੇਜਿਆ ਹੈ ਤੁਮਕੋ ਆਵਤ ਲਗੀ ਅਵਾਰੀ ਕਿ ਤੁਹਾਨੂੰ ਆਉਂਦਿਆਂ ਦੇਰ ਲੱਗ ਗਈ ਹੈ, ਰਹੇ ਪ੍ਰਤੀਖਤ ਕਿਤਕ ਅਗਾਰੀ ਤੁਹਾਨੂੰ ਉਡੀਕਦੇ ਰਹੇ ਆ, ਬਹੁਤ ਉਡੀਕਿਆ ਹੈ, ਤੁਸੀਂ ਦੇਰੀ ਵਿੱਚ ਆਏ ਹੋ। ਹਮ ਅਬ ਤੁਰ ਕੇ ਸ਼ਰਸਰ ਹੋਏ ਅਸੀਂ ਤੇ ਹੁਣ ਚੱਲੇ ਆਂ, ਔਰੰਗਜ਼ੇਬ ਦੇ ਸਿਰ ਆਪਣੇ ਸਰੀਰ ਦਾ ਠੀਕਰਾ ਭੰਨਾਂਗੇ। ਤਜਹ ਸ਼ਰੀਰ ਲਖ ਹੈ ਸਭ ਕੋਏ ਹੁਣ ਅਸੀਂ ਸ਼ਹੀਦੀ ਪਾਵਾਂਗੇ, ਸਭ ਦੁਨੀਆ ਦੇਖੇਗੀ
ਅਸੀਂ ਬੜਾ ਵੱਡਾ ਸਾਕਾ ਕਰਾਂਗੇ। ਨਹੀਂ ਅਨੰਦਪੁਰ ਕਰਹੁ ਪਿਆਨਾ। ਹੁਣ ਤੁਸੀਂ ਅਜੇ ਆਨੰਦਪੁਰ ਨਾ ਜਾਇਆ ਜੇ। ਏਕ ਗ੍ਰਾਮ ਲਖਨੌਰ ਸਥਾਨਾ। ਇੱਕ ਪਿੰਡ ਹੈ ਅੰਬਾਲੇ ਦੇ ਲਾਗੇ ਲਖਨੌਰ ਸਾਹਿਬ, ਉਹ ਲਖਨੌਰ ਪਿੰਡ ਵਿੱਚ ਚਲੇ ਜਾਓ। ਤਹ ਮਸੰਦ ਜੇਠਾ ਇੱਕ ਬਸ ਹੈ। ਉੱਥੇ ਇੱਕ ਸਾਡਾ ਸੇਵਕ ਮਸੰਦ ਭਾਈ ਜੇਠਾ ਰਹਿੰਦਾ ਹੈ, ਉਹ ਉੱਥੇ ਤੁਹਾਡੀ ਸੇਵਾ ਕਰੇਗਾ। ਐਸਾ ਵੀ ਮੰਨਿਆ ਜਾਂਦਾ ਹੈ ਕਿ ਮਾਤਾ ਗੁਜਰੀ ਜੀ ਦਾ ਭਾਈ ਮਿਹਰ ਚੰਦ ਵੀ ਸੀ, ਇੱਕ ਕਿਰਪਾਲ ਚੰਦ ਸੀ, ਇੱਕ ਮਿਹਰ ਚੰਦ ਸੀ। ਉਹ ਵੀ ਇੱਥੇ ਆ ਕੇ ਕਰਤਾਰਪੁਰ ਦੇ ਜੰਗ ਤੋਂ ਬਾਅਦ ਵਸ ਗਏ ਸਨ। ਇਸੇ ਕਰਕੇ ਲਖਨੌਰ ਨੂੰ ਮਾਤਾ ਜੀ ਦੇ ਪੇਕੇ ਵੀ ਕਹਿੰਦੇ ਹਨ। ਸੋ ਉੱਥੇ ਚਲੇ ਜਾਓ। ਤਿਸ ਆਵਾਸ ਮਹਿ ਕਰਹੁ ਨਿਵਾਸ ਹੈ। ਉੱਥੇ ਲਖਨੌਰ ਜਾ ਕੇ ਜੇਠੇ ਮਸੰਦ ਕੋਲ ਰਹੋ, ਤੁਹਾਡੀ ਸੇਵਾ ਕਰੇਗਾ। ਪੁਨ ਸਦ ਪਠਹਿ ਤੁਮਾਰੇ ਪਾਸ। ਫਿਰ ਖਬਰ ਭੇਜਾਂਗੇ ਤੁਹਾਨੂੰ ਜਦੋਂ ਤੁਸੀਂ ਫਿਰ ਆਨੰਦਪੁਰ ਸਾਹਿਬ ਚਲੇ ਜਾਣਾ। ਤਬ ਆਨੰਦਪੁਰ ਕਰਹੁ ਨਿਵਾਸ। ਜਦੋਂ ਅਸੀਂ ਤੁਹਾਨੂੰ ਹੁਕਮ ਦੇਵਾਂਗੇ ਆਨੰਦਪੁਰ ਸਾਹਿਬ, ਉਦੋਂ ਜਾਣਾ। ਪਹਿਲਾਂ ਕੁਝ ਸਮਾਂ ਲਖਨੌਰ ਸਾਹਿਬ ਚਲੇ ਜਾਓ। ਤਾਵਤ ਬਸਹੁ ਗ੍ਰਾਮ ਤਿਸ ਮਾਹੀ। ਜਿੰਨਾ ਚਿਰ ਅਸੀਂ ਹੁਕਮ ਨਹੀਂ ਭੇਜਦੇ ਤੁਸੀਂ ਇੱਥੇ ਹੀ ਰਹੋ ਲਖਨੌਰ ਦੇ ਵਿੱਚ। ਆਗੇ ਗਮਨ ਕਰਹੁ ਕਿਮ ਨਾਹੀ। ਅਜੇ ਅੱਗੇ ਆਨੰਦਪੁਰ ਸਾਹਿਬ ਨਾ ਜਾਓ, ਉੱਥੋਂ ਦਾ ਮਾਹੌਲ ਠੀਕ ਨਹੀਂ ਹੈ। ਜਦੋਂ ਅਸੀਂ ਸਾਰਾ ਵਰਤਾਰਾ ਵੇਖ ਲਵਾਂਗੇ ਫਿਰ ਤੁਹਾਨੂੰ ਭੇਜਾਂਗੇ। ਸੁਨਤ ਨਾਨਕੀ ਮਨ ਬਿਸਮਾਈ। ਇਹ ਸੁਣ ਕੇ ਮਾਤਾ ਨਾਨਕੀ ਜੀ ਤਾਂ ਬੜੀ ਹੈਰਾਨ ਹੋ ਗਈ, ਇਹ ਕੀ ਭਾਣਾ ਵਰਤ ਚੱਲਿਆ ਹੈ। ਗੁਜਰੀ ਦ੍ਰਿਗ ਆਸੂ ਢਰ ਆਈ। ਮਾਤਾ ਗੁਜਰੀ ਜੀ ਦੀਆਂ ਅੱਖਾਂ ਵਿੱਚ ਵੈਰਾਗ ਆ ਗਿਆ, ਹੰਝੂ ਆ ਗਏ। ਸੰਕਟ ਬੜੋ ਪਾਏ ਭਰ ਸਵਾਸਾ। ਬੜਾ ਸੰਕਟ ਦਾ ਸਮਾਂ ਆ ਗਿਆ, ਮਨ ਬੜਾ ਦੁਖੀ ਹੋਇਆ ਮਾਤਾ ਜੀ ਦਾ। ਬਿਨ ਸਿਓ ਤੂਰਨ ਹਤੋ ਹਦਾਸਾ। ਜਿਹੜੀ ਖੁਸ਼ੀ ਸੀ ਪਰਿਵਾਰ ਨੂੰ ਮਿਲਣ ਦੀ, ਇਕੱਠਿਆਂ ਰਹਿਣ ਦੀ, ਆਨੰਦਪੁਰ ਸਾਹਿਬ ਜਾਵਾਂਗੇ, ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ, ਉਹ ਸਾਰੀ ਵਿੱਚ ਹੀ ਰਹਿ ਗਈ। ਪੁਨ ਬੂਝਿਓ ਸਿੱਖ ਕਿਮ ਇਹ ਹੋਵਾ। ਫਿਰ ਮਾਤਾ ਜੀ ਹੋਰਾਂ ਨੇ ਉਸ ਸੰਦੇਸ਼ਾ ਦੇਣ ਵਾਲੇ ਸਿੱਖ ਨੂੰ ਪੁੱਛਿਆ, ਤੁਸੀਂ ਦੱਸੋ ਕੀ ਗੱਲ ਹੋਈ ਹੈ। ਕਿਸ ਵਿਦ ਮਹਿ ਸਤ ਗੁਰ ਕੋ ਜੋਵਾ। ਜਦੋਂ ਤੁਸੀਂ ਗੁਰੂ ਸਾਹਿਬ ਨੂੰ ਮਿਲੇ ਸੀ, ਕਿਹੜੀ ਹਾਲਤ ਵਿੱਚ ਮਿਲੇ ਸੀ, ਕਿੱਥੇ ਛੱਡ ਕੇ ਆਏ ਹੋ। ਸਰਬ ਬਿਰਤਾਂਤ ਸੁਨਾਵਹੁ ਹਮੈ। ਸਾਰੀ ਗੱਲਬਾਤ ਸਾਨੂੰ ਦੱਸੋ। ਦਰਸ਼ਨ ਕਰ ਤਿਆਗੇ ਕਹਿ ਸਮੈ। ਜਦੋਂ ਮਹਾਰਾਜ ਨੂੰ ਛੱਡਿਆ ਸੀ, ਕਦੋਂ ਕੁ ਵੇਖਿਆ ਸੀ ਤੁਸੀਂ ਉਹਨਾਂ ਨੂੰ ਤੇ ਕਿੱਥੇ ਵੇਖਿਆ ਸੀ। ਜੁਗਮਾ ਤਾਸਤ ਢਿਗ ਹੋਏ ਤੀਨਾ। ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਤਿੰਨੇ ਕੋਲ ਬੈਠੇ ਨੇ ਤੇ ਉਸ ਪਰਦੇਸੀ ਸਿੱਖ ਤੋਂ ਪੁੱਛਦੇ ਨੇ ਜਿਹੜਾ ਸੰਦੇਸ਼ਾ ਲੈ ਕੇ ਆਇਆ ਹੈ। ਸਿੱਖ ਨੇ ਛੋਰ ਪਰ ਸੰਗ ਕਹਿ ਦੀਨਾ। ਉਹ ਸੰਦੇਸ਼ਾ ਦੇਣ ਵਾਲੇ ਨੇ ਸਾਰੀ ਕਥਾ ਬੜੇ ਬੈਰਾਗ ਨਾਲ ਸੁਣਾਈ ਹੈ। ਜਿਮ ਕਸ਼ਮੀਰ ਬੇਪਰਗਨ ਆਏ। ਇਹ ਸੱਚੇ ਪਾਤਸ਼ਾਹ ਜੀ, ਮਾਤਾ ਜੀ ਜਿਵੇਂ ਕਸ਼ਮੀਰ ਦੇ ਪੰਡਤ ਆਏ ਸਨ ਅਹਦੀ ਜਿਮ ਤੁਰ ਕੇਸ਼ ਪਠਾਏ। ਤੇ ਜਿਵੇਂ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਐਦੀ ਭੇਜੇ ਸਨ। ਸੈਫਾਬਾਦ ਚਮਾਸਾ ਬਾਸੇ। ਤੇ 4 ਮਹੀਨੇ ਮਹਾਰਾਜ ਸੈਫਾਬਾਦ ਬਹਾਦਰਗੜ੍ਹ ਦੇ ਕਿਲੇ ਦੇ ਕੋਲ ਪਟਿਆਲੇ ਦੇ ਲਾਗੇ ਸੈਫਦੀਨ ਮੁਸਲਮਾਨ ਕੋਲ 4 ਮਹੀਨੇ ਚਮਾਸਾ ਕੱਟਿਆ। ਸਾਵਣ ਭਾਦੋਂ ਦਾ ਸਮਾਂ ਉੱਥੇ ਕੱਟਿਆ ਹੈ। ਖੋਜਤ ਫੌਜ ਫਿਰੀ ਚਹੁ ਪਾਸੇ। ਉਸ ਇਲਾਕੇ ਵਿੱਚ ਵੀ ਤੇ ਹਿੰਦੁਸਤਾਨ ਦੇ ਸਾਰੇ ਕੋਨਿਆਂ ਤੇ ਸਰਕਾਰਾਂ ਦੀ, ਮੁਗਲਾਂ ਦੀ ਫੌਜ ਲੱਭਦੀ ਰਹੀ ਗੁਰੂ ਸਾਹਿਬ ਨੂੰ। ਇਹਦੀ ਮਾਝੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਵੀ ਗਏ, ਉੱਥੋਂ ਦੇ ਮਸੰਦਾਂ ਨੂੰ ਧਮਕੀਆਂ ਦਿੱਤੀਆਂ ਵੀ ਤੁਸੀਂ ਆਪਣਾ ਗੁਰੂ ਫੜਾ ਦਿਓ। ਮਸੰਦ ਕਹਿੰਦੇ ਸਾਡੇ ਕੋਲ ਤਾਂ ਕੋਈ ਆਏ ਨਹੀਂ, ਉਹ ਤਾਂ ਇੱਥੇ ਰਹਿੰਦੇ ਨਹੀਂ, ਅਸੀਂ ਉਹਨਾਂ ਦੇ ਨਾਲ ਸੰਬੰਧ ਵੀ ਨਹੀਂ ਰੱਖਦੇ, ਕਿਉਂਕਿ ਉਹ ਮਸੰਦ ਜਿਹੜੇ ਸਨ ਬਾਬੇ ਪ੍ਰਿਥੀ ਚੰਦ ਦੀ ਪਰਿਵਾਰ 'ਚੋਂ ਸੇਵਾ ਕਰਦੇ ਸਨ। ਸੋਢੀ, ਹਰਜੀ, ਚਤਰਭੁਜ ਤੇ ਦੱਖਣੀ ਰਾਏ ਵਗੈਰਾ ਬਾਅਦ 'ਚ ਹੋਏ ਨੇ ਉਸ ਪਰਿਵਾਰ ਵਿੱਚ। ਨਿਰੰਜਨ, ਇਹ ਸਾਰੇ ਸਾਧ ਸੰਗਤ ਜੀ ਕਹਿੰਦੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਨੂੰ ਨਹੀਂ ਜਾਣਦੇ, ਸਾਡਾ ਉਹਨਾਂ ਨਾਲ ਸੰਬੰਧ ਨਹੀਂ ਹੈ। ਸੋ ਉੱਥੋਂ ਵੀ ਮਸੰਦ ਜਿਹੜੇ ਸਨ ਉਹਨਾਂ ਨੇ ਵੀ ਨਾ ਕਰਤੀ। ਫਿਰ ਦੁਆਬੇ ਦੇਸ਼ ਵਿੱਚ, ਮਾਲਵੇ ਦੇਸ਼ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਤਲਾਸ਼ੀ ਹੁੰਦੀ ਰਹੀ ਹੈ। ਉਹ ਗੱਲ ਸਿੱਖਾਂ ਨੇ ਸਤਿਗੁਰੂ ਕਲਗੀਧਰ ਜੀ ਨੂੰ ਦੱਸੀ ਹੈ। ਆਪ ਆਗਰੇ ਗੋਪਨ ਗਏ। ਇਹ ਵੀ ਦੱਸਿਆ ਕਿ ਗੁਰੂ ਸਾਹਿਬ ਆਗਰੇ ਨੂੰ ਗਏ ਸਨ। ਤੁਰਕਨ ਕੇ ਬਸ ਤਿਹ ਠਾਂ ਪਏ। ਉੱਥੇ ਮਹਾਰਾਜ ਨੂੰ ਤੁਰਕਾਂ ਨੇ ਗ੍ਰਿਫਤਾਰ ਕਰ ਲਿਆ, ਮੁਗਲਾਂ ਦੀ ਕੈਦ ਵਿੱਚ ਪੈ ਗਏ ਨੇ ਗੁਰੂ ਸਾਹਿਬ। ਇਸ ਵੇਲੇ ਉਹ ਦਿੱਲੀ ਲਿਆਂਦੇ ਗਏ ਨੇ। ਦਿੱਲੀ ਤੇ ਬੜ ਚਮੂ ਚੜਾਈ। ਬਾਦਸ਼ਾਹ ਨੇ 12,000 ਫੌਜ ਭੇਜੀ ਹੈ ਆਗਰੇ ਵੱਲ।
ਜਿਹੜੀ ਗੁਰੂ ਸਾਹਿਬ ਨੂੰ ਲੈਣ ਵਾਸਤੇ ਦਿੱਲੀ ਲਿਆਉਣ ਵਾਸਤੇ ਗਈ ਹੈ। ਅਦਿਕ ਸੁਚੇਤੀ ਕਰ ਲੈ ਆਈ। ਬੜੀ ਸਾਵਧਾਨੀ, ਬੜੀ ਫੁਰਤੀ, ਬੜੀ ਸੁਚੇਤੀ ਨਾਲ ਉਹ ਫੌਜ ਲੈ ਕੇ ਗੁਰੂ ਸਾਹਿਬ ਨੂੰ ਦਿੱਲੀ ਆਈ ਹੈ। ਮੁਖ ਪ੍ਰਸੰਨ ਮੁਝ ਸੰਗ ਬਖਾਨਾ। ਤੇ ਗੁਰੂ ਸਾਹਿਬ ਮੈਨੂੰ ਉੱਥੇ ਦਿੱਲੀ ਮਿਲੇ ਨੇ। ਉਹਨਾਂ ਦੇ ਚਿਹਰੇ ਤੇ ਕੋਈ ਗਮੀ ਨਹੀਂ, ਕੋਈ ਪਰੇਸ਼ਾਨੀ ਨਹੀਂ, ਬੜੇ ਖੁਸ਼ ਪ੍ਰਸੰਨ ਸਨ। ਮਗ ਮਹਿ ਮਿਲ ਹੋ ਜਾਏ ਕਿਸ ਥਾਨਾ। ਤੇ ਉਹਨਾਂ ਨੇ ਮੈਨੂੰ ਹੁਕਮ ਲਾਇਆ ਵੀ ਸਾਡਾ ਸਾਹਿਬਜ਼ਾਦਾ ਤੇ ਸਾਡੀ ਮਾਤਾ ਨਾਨਕੀ ਤੇ ਸਾਡੇ ਮਹਿਲ ਮਾਤਾ ਗੁਜਰੀ, ਇਹ ਤਿੰਨੇ ਹੀ ਪਟਨੇ ਤੋਂ ਵਾਪਸ ਆ ਰਹੇ ਨੇ। ਵਹੀਰ ਵੀ ਨਾਲ ਹੈ, ਸੰਗਤਾਂ ਨਾਲ ਹਨ, ਕਿਰਪਾਲ ਚੰਦ ਵੀ ਨਾਲ ਹੈ। ਉਹਨਾਂ ਨੂੰ ਇਹ ਆਖੋ ਵੀ ਅਨੰਦਪੁਰ ਸਾਹਿਬ ਨਾ ਜਾਣ, ਅਜੇ ਕੁਝ ਸਮਾਂ ਲਖਨੌਰ ਪਿੰਡ ਵਿੱਚ ਗੁਜ਼ਾਰ ਲੈਣ। ਨਹੀਂ ਪਤਰਿਕਾ ਲਿਖਬੇ ਭਈ। ਤੋ ਗੁਰੂ ਸਾਹਿਬ ਜੀ ਨੇ ਕੋਈ ਚਿੱਠੀ ਨਹੀਂ ਲਿਖੀ, ਬਾਕਨ ਸਾਥ ਖਬਰ ਪਠ ਦਈ। ਬਚਨਾਂ ਨਾਲ ਹੀ ਖਬਰ ਭੇਜੀ ਹੈ। ਲਿਖਣ ਦਾ ਸਮਾਂ ਨਹੀਂ ਸੀ ਜੇਲ੍ਹ ਵਿੱਚ, ਕਿਉਂਕਿ ਪਹਿਰਾ ਬੜਾ ਸਖਤ ਹੈ ਤੇ ਤੁਰਕ ਕਿਸੇ ਨੂੰ ਮਿਲਣ ਵੀ ਨਹੀਂ ਦਿੰਦੇ। ਇੱਕ ਦਰੋਗਾ ਬੜਾ ਚੰਗਾ ਸੀ, ਉਹ ਰਾਤ ਬਰਾਤੇ ਸਿੱਖਾਂ ਦੀ ਗੁਰੂ ਸਾਹਿਬ ਨਾਲ ਮੁਲਾਕਾਤ ਕਰਾ ਦਿੰਦਾ ਸੀ ਤੇ ਗੁਰੂ ਸਾਹਿਬ ਉਹਦੇ ਰਾਹੀਂ ਸੁਨੇਹਾ ਭੇਜ ਦਿੰਦੇ ਸਨ। ਸੋ ਉਸ ਜੇਲ੍ਹ ਵਿੱਚੋਂ, ਦਿੱਲੀ ਦੀ ਕੈਦ ਵਿੱਚੋਂ, ਕੋਤਵਾਲੀ ਵਿੱਚੋਂ ਮੈਨੂੰ ਬੁਲਾ ਕੇ ਨੌਵੇਂ ਪਾਤਸ਼ਾਹ ਨੇ ਕਿਹਾ ਹੈ ਕਿ ਸਾਡੇ ਸਾਹਿਬਜ਼ਾਦੇ ਨੂੰ ਆਖੋ ਕਿ ਅਨੰਦਪੁਰ ਸਾਹਿਬ ਨਾ ਜਾਣ ਤੇ ਕੁਝ ਸਮਾਂ ਲਖਨੌਰ ਵਿੱਚ ਗੁਜ਼ਾਰ ਲੈਣ। ਸਾਸੂ ਨਖਾ ਚਿੰਤ ਬਸ ਭਾਰੀ। ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਇਹ ਸੁਣ ਕੇ ਬੜੇ ਚਿੰਤਿਤ ਹੋਏ। ਹੇ ਪ੍ਰਭ ਕਹਾ ਕਰੀ ਗਤ ਨਿਆਰੀ। ਹੇ ਮਹਾਰਾਜ, ਹੇ ਸਤਿਗੁਰੂ, ਹੇ ਗੁਰੂ ਤੇਗ ਬਹਾਦਰ ਸਾਹਿਬ, ਤੁਸੀਂ ਇਹ ਕੀ ਕੌਤਕ ਰਚਾ ਦਿੱਤਾ, ਇਹ ਕੀ ਭਾਣਾ ਵਰਤਾ ਦਿੱਤਾ। ਅਸੀਂ ਬੜੇ ਚਾਵਾਂ ਨਾਲ, ਬੜੀਆਂ ਖੁਸ਼ੀਆਂ ਨਾਲ ਆਏ ਸੀ, ਪੰਜਾਬ ਵਿੱਚ ਇਕੱਠੇ ਰਵਾਂਗੇ, ਪਿਓ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਇਕੱਠੇ ਰਹਿਣਗੇ, ਪਰ ਉਸ ਕਾਦਰ ਦੀ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ। ਇਹ ਕੀ ਭਾਣਾ ਵਰਤਾਇਆ ਹੈ। ਠਟਕ ਰਹੀ ਨਹਿ ਚਲਬੋ ਚਾਹਾ। ਕਹਿੰਦੇ ਮਾਤਾ ਉੱਥੇ ਹੀ ਰੁਕ ਗਈ। ਮਾਤਾ ਨਾਨਕੀ ਕਹਿੰਦੀ ਅੱਗੇ ਕੀ ਜਾਣਾ, ਮੈਂ ਤਾਂ ਅੱਗੇ ਹੀ ਕਹਿੰਦੀ ਸੀ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ, ਇਸ ਦੇਸ਼ ਦੇ ਲੋਕ ਸਾਡੇ ਨਾਲ ਚੰਗਾ ਵਿਹਾਰ ਨਹੀਂ ਕਰਦੇ, ਤੇ ਆਹ ਨਵੀਂ ਖਬਰ ਸੁਣ ਲਈ ਹੈ, ਬਹੁਤ ਹੀ ਮਾੜੀ ਖਬਰ ਸੁਣੀ ਹੈ। ਮਨ ਬੂਟਿਓ ਬੜ ਕਸ਼ਟ ਪ੍ਰਵਾਹਾ। ਮਾਤਾ ਨਾਨਕੀ ਦਾ ਮਨ ਤਾਂ ਕਸ਼ਟਾਂ ਦੀ ਨਦੀ 'ਚ ਗੋਤੇ ਖਾਣ ਲੱਗਾ। ਮਨ ਬੜਾ ਦੁਖੀ ਹੋਇਆ ਮਾਤਾ ਦਾ। ਪੁਨ ਸਿੱਖ ਕਹਿ ਬਹੁ ਬਿਦ ਸਮਝਾਈ। ਮਾਤਾ ਨੂੰ, ਬਜ਼ੁਰਗ ਮਾਤਾ ਸੀ, 80-90 ਸਾਲ ਦੀ ਉਮਰ, ਤੇ ਇਹ ਦੁਖੜਾ ਸੁਣਨਾ ਪਿਆ। ਸਿੱਖ ਨੇ ਬੜੇ ਪ੍ਰੇਮ ਨਾਲ ਬੇਨਤੀ ਕੀਤੀ, ਇਮ ਤੁਮ ਕੋ ਅਬ ਨਹਿ ਬਨਿਆਈ। ਹੇ ਮਾਤਾ ਜੀ, ਤੁਹਾਨੂੰ ਏਦਾਂ ਹੁਣ ਹੌਸਲਾ ਨਹੀਂ ਢਾਣਾ ਚਾਹੀਦਾ, ਹੁਣ ਤੁਸੀਂ ਸਹਾਰਾ ਹੋ ਸਾਰਿਆਂ ਦੇ। ਐਡਾ ਵੱਡਾ ਗੁਰੂ ਨਾਨਕ ਦਾ ਪੰਥ ਹੈ, ਗੁਰੂ ਸਾਹਿਬ ਤੋਂ ਬਾਅਦ ਜ਼ਿੰਮੇਵਾਰੀ ਮਾਤਾ ਜੀ ਤੁਹਾਡੇ ਤੇ ਹੀ ਆਉਣੀ ਹੈ। ਕਿਉਂ? ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਹੋ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਹੋ। ਤੁਸੀਂ ਗੁਰੂ ਸਾਹਿਬ ਜੀ ਜਿਹੜੇ ਛੋਟੇ ਨੇ, 10ਵੇਂ ਪਾਤਸ਼ਾਹ ਉਮਰ ਦੇ ਵਿੱਚ, ਤਾਂ ਤੁਹਾਨੂੰ ਹੁਣ ਹੌਸਲਾ ਰੱਖਣਾ ਪੈਣਾ ਤੇ ਸਾਰੀ ਹਾਲਾਤ ਜਿਹੜੀ ਜੋ ਵਰਤਾਰਾ ਵਰਤ ਰਿਹਾ ਉਹਦੇ 'ਚ ਮਾਤਾ ਜੀ ਤੁਹਾਨੂੰ ਹੀ ਸਾਡੀ ਅਗਵਾਈ ਕਰਨੀ ਪੈਣੀ ਹੈ। ਗੁਰੂ ਆਪ ਹੀ ਕਾਰਨ ਕੀਨ। ਤੇ ਨਾਲੇ ਇਹ ਕੌਤਕ ਤੇ ਗੁਰੂ ਤੇਗ ਬਹਾਦਰ ਸਾਹਿਬ ਆਪ ਹੀ ਕਰ ਰਹੇ ਨੇ। ਉਹਨਾਂ ਨੂੰ ਕੌਣ ਗ੍ਰਿਫਤਾਰ ਕਰ ਸਕਦਾ, ਕੌਣ ਉਹਨਾਂ ਨੂੰ ਮਾਰ ਸਕਦਾ, ਕੌਣ ਉਹਨਾਂ ਨੂੰ ਦੁੱਖ ਦੇ ਸਕਦਾ, ਉਹ ਤਾਂ ਆਪ ਹੀ ਕਾਰਨ ਕਰਨ ਸਮਰੱਥ ਹਨ। ਜੋ ਉਹਨਾਂ ਨੂੰ ਚੰਗਾ ਲੱਗ ਰਿਹਾ, ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹਿ ਨਿਆਰਾ। ਉਹ ਕੌਤਕ ਕਰ ਰਹੇ ਨੇ, ਲੀਲਾ ਕਰ ਰਹੇ ਨੇ, ਅੰਦਰੋਂ ਤਾਂ ਉਹ ਨਿਆਰੇ ਹੀ ਨੇ, ਨਿਰਲੇਪ ਹੀ ਨੇ। ਹਾਂਜੀ, ਤੁਮਕੋ ਹੁਕਮ ਚ ਥਾ ਬਿਦ ਦੀਨ। ਹੇ ਮਾਤਾ ਜੀ, ਤੁਸੀਂ ਹੁਣ ਉਹਨਾਂ ਦਾ ਹੁਕਮ ਮੰਨੋ। ਤੁਸੀਂ ਇੱਥੋਂ ਅਨੰਦਪੁਰ ਸਾਹਿਬ ਜਾਣ ਦੀ ਬਜਾਏ ਲਖਨੌਰ ਪਿੰਡ ਚਲੇ ਚੱਲੋ ਕਰਹੁ ਉਤਾਇਲ ਬਿਲਮ ਨ ਲਾਵਹੁ। ਤੇ ਦੇਰੀ ਨਾ ਕਰੋ, ਛੇਤੀ ਨਾਲ ਚੱਲੋ। ਪਹੁੰਚਹੁ ਤਿਸੀ ਗ੍ਰਾਮ ਥਿਰ ਤਾਵਹੁ। ਜਿੱਥੇ ਗੁਰੂ ਸਾਹਿਬ ਨੇ ਕਿਹਾ ਹੈ, ਜੇਠੇ ਮਸੰਦ ਦੀ ਵੀ ਡਿਊਟੀ ਲੱਗੀ ਹੋਈ ਹੈ, ਉਹ ਤੁਹਾਡੀ ਸੇਵਾ ਕਰੇਗਾ। ਲਖਨੌਰ ਪਿੰਡ ਵਿੱਚ ਤੁਹਾਡੇ ਲਈ ਬਹੁਤ ਸੋਹਣੀ ਹਵੇਲੀ, ਰਹਿਣ ਵਾਸਤੇ ਘਰ-ਬਾਰ ਬਣੇ ਹੋਏ ਨੇ। ਤੁਸੀਂ ਉੱਥੇ ਚੱਲ ਕੇ ਲਖਨੌਰ ਵਿੱਚ ਨਿਵਾਸ ਕਰੋ। ਸਾਹਿਬਜ਼ਾਦੇ ਕੋ ਪ੍ਰਿਤ ਪਾਰਹੁ। ਸਾਹਿਬਜ਼ਾਦਾ ਜੇ ਛੋਟਾ ਹੈ,
ਗੁਰੂ ਸਾਹਿਬ ਨੇ ਹੁਕਮ ਦਿੱਤਾ ਇਹਨਾਂ ਦੀ ਪਾਲਣਾ ਪੋਸ਼ਣਾ ਵਧੀਆ ਤਰੀਕੇ ਨਾਲ ਕਰੋ, ਇਹਨਾਂ ਨੂੰ ਵਧੀਆ ਚੰਗੀ ਪੜ੍ਹਾਈ ਕਰਾਣੀ ਹੈ, ਜੋ ਵੀ ਇਹ ਕਰਨਾ ਚਾਹਣ ਖੁਸ਼ੀ ਨਾਲ ਇਹਨਾਂ ਨੂੰ ਕਰਾਉਣਾ ਹੈ। ਗੁਰ ਸਰੂਪ ਨਿਤ ਇਨਹ ਨਿਹਾਰਹੁ। ਇਹ ਗੁਰੂ ਦਾ ਰੂਪ ਨੇ, ਹੁਣ ਇਹਨਾਂ ਵਿੱਚ ਹੀ ਜੋਤ ਦਾ ਪ੍ਰਕਾਸ਼ ਹੋਣਾ। 10ਵੀਂ ਥਾਂ ਤੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਇਹੀ ਬਣਨਗੇ। ਇਹ ਵੱਡੇ ਹੋ ਕੇ ਇਹਨਾਂ ਨੇ ਬਹੁਤ ਪਰਉਪਕਾਰ ਕਰਨੇ ਨੇ, ਬਹੁਤ ਵੱਡੇ ਕਾਰਜ ਕਰਨੇ ਨੇ। ਇਹ ਗੁਰੂ ਸਾਹਿਬ ਨੇ ਕਿਹਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਇਸ ਕਰਕੇ ਸਾਹਿਬਜ਼ਾਦੇ ਦੀ ਪਾਲਣਾ ਪੋਸ਼ਣਾ ਵਧੀਆ ਤਰੀਕੇ ਨਾਲ ਸਹੀ ਢੰਗ ਨਾਲ ਕਰਵਾਓ। ਬਹੁਤ ਵਾਰਤਾ ਕੀਦ ਬਖਾਨੀ। ਉਹ ਜੋ ਜੋ ਬਚਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਹੇ ਸੀ, ਉਸ ਸਿੱਖ ਨੇ ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਸਾਰੇ ਹੀ ਬਿਆਨ ਕਰ ਦਿੱਤੇ। ਕਰਹਨ ਚਿੰਤਾ ਸ਼ੋਕ ਮਹਾਨੀ। ਕਹਿਣ ਲੱਗੇ, ਮਹਾਰਾਜ ਇਹ ਕਹਿੰਦੇ ਸੀ ਬਾਰ-ਬਾਰ 9ਵੇਂ ਪਾਤਸ਼ਾਹ ਵੀ ਮਾਤਾ ਨੂੰ ਆਖਿਆ ਜੇ ਚਿੰਤਾ ਨਾ ਕਰਨ, ਕੋਈ ਵੀ ਪਰਿਵਾਰ ਦਾ ਜੀ ਚਿੰਤਾ ਨਾ ਕਰੇ, ਵਾਹਿਗੁਰੂ ਦੇ ਭਾਣੇ 'ਚ ਸਭ ਠੀਕ ਹੋ ਰਿਹਾ। ਅਸੀਂ ਜੋ ਸ਼ਹੀਦੀ ਪਾਣੀ ਹੈ ਇਹ ਆਪਣੇ ਸਰੀਰ ਦਾ ਠੀਕਰਾ ਔਰੰਗੇ ਦੇ ਸਿਰ ਭੰਨਣਾ ਹੈ, ਉਹਨਾਂ ਦੇ ਜ਼ੁਲਮ ਦੀਆਂ ਜੜ੍ਹਾਂ ਪੁੱਟਣੀਆਂ ਨੇ, ਜ਼ੁਲਮ ਰਾਜ ਦਾ ਨਾਮੋ ਨਿਸ਼ਾਨ ਖਤਮ ਕਰਨਾ ਹੈ। ਕੋਈ ਬਹੁਤ ਵੱਡਾ ਸੰਸਾਰ ਦੇ ਵਿੱਚ ਪਰਿਵਰਤਨ ਆਵੇਗਾ, ਇਸ ਕਰਕੇ ਇਹ ਥੋੜ੍ਹੀ ਤੰਗੀ ਸਹਿਣੀ ਪਵੇਗੀ। ਸੋ ਸਿੱਖ ਲੈ ਕੇ ਸੰਗ ਪਿਆਨੇ। ਸੋ ਮਹਾਰਾਜ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ, ਮਾਤਾ ਜੀ ਤੇ ਮਾਤਾ ਨਾਨਕੀ ਮਾਤਾ ਗੁਜਰੀ ਜੀ ਉਹ ਸਿੱਖ ਨੂੰ ਨਾਲ ਲੈ ਕੇ ਹਰਿਦੁਆਰ ਤੇ ਜਮਨਾ ਤੋਂ ਅੱਗੇ ਤੁਰ ਪਏ ਹਨ। ਪੰਥ ਉਲੰਘ ਪਹੁੰਚ ਤਿਸ ਸਥਾਨੇ। ਸਾਰਾ ਪਿੰਡ ਲੰਘ ਕੇ ਜ਼ਿਲ੍ਹੇ ਅੰਬਾਲੇ ਦੇ ਵਿੱਚ ਸਾਧ ਸੰਗਤ ਜੀ ਪਿੰਡ ਲਖਨੌਰ ਸਾਹਿਬ ਹੈ, ਇੱਥੇ ਆ ਗਏ ਹਨ। ਮਸੰਦ ਘਰ ਉਤਰੇ ਜਾਈ। ਉੱਥੇ ਲਖਨੌਰ ਸਾਹਿਬ ਵਿੱਚ ਜੇਠਾ ਮਸੰਦ ਸੀ, ਉਹਦੇ ਘਰ ਉਤਰੇ ਨੇ ਜਾ ਕੇ। ਆਨੰਦਪੁਰ ਸਭ ਵਸਤ ਪਠਾਈ। ਬਾਕੀ ਜਿਹੜਾ ਸਾਜ ਸਮਾਨ ਸੀ ਜ਼ਿਆਦਾ, ਗੱਡੇ ਰੇੜੇ ਲੱਦੇ ਹੋਏ ਸਨ, ਉਹ ਸਾਰਾ ਸਮਾਨ ਆਨੰਦਪੁਰ ਸਾਹਿਬ ਭੇਜਤਾ। ਬਸ ਜਿੰਨਾ ਕੁ ਲੋੜੀਂਦਾ ਸੀ ਥੋੜ੍ਹਾ ਜਿਹਾ ਉਹ ਇੱਥੇ ਲਖਨੌਰ ਸਾਹਿਬ ਆਪਣੇ ਕੋਲ ਰੱਖ ਲਿਆ। ਵਾਹਨ ਆਦ ਸਕਲ ਦੇ ਨਾਲ। ਗੱਡੇ ਰੇੜੇ ਨਾਲ ਲੈ ਕੇ ਗਮਨਿਓ ਗਰਮਾ ਤਲ ਜੋ ਕਿਰਪਾਲ। ਮਾਮਾ ਕਿਰਪਾਲ ਚੰਦ ਆਨੰਦਪੁਰ ਸਾਹਿਬ ਚਲਾ ਗਿਆ। ਮਹਾਰਾਜ ਨੇ ਆਖਿਆ, ਮਾਮਾ ਜੀ ਤੁਸੀਂ ਇਹ ਸਮਾਨ ਸਾਰਾ ਉੱਥੇ ਲੈ ਚੱਲੋ, ਉੱਥੇ ਵੀ ਸੰਗਤਾਂ ਨੂੰ ਹੌਸਲਾ ਦਿਓ। ਜਦੋਂ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਕਲਾਣਗੇ, ਆਗਿਆ ਦੇਣਗੇ, ਉਦੋਂ ਅਸੀਂ ਵੀ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਜਾਵਾਂਗੇ। ਸਾਸਨ ਖਾਦੋ ਨਹੁ ਤਬ ਰਹੀ। ਉਸ ਵੇਲੇ ਮਾਤਾ ਗੁਰੂ ਨਾਨਕੀ ਤੇ ਮਾਤਾ ਗੁਜਰੀ ਸ੍ਰੀ ਗੁਰੂ ਗੋਬਿੰਦ ਸਿੰਘ ਤਿੰਨੇ ਹੀ ਇਹ ਪਰਿਵਾਰ ਗੁਰੂ ਦਾ ਇੱਥੇ ਲਖਨੌਰ ਸਾਹਿਬ ਟਿਕ ਗਿਆ। ਸਤਜਤ ਜਿਮ ਜਾਣਹਿ ਕੋ ਨਹੀਂ। ਹਾਂ, ਇਹੋ ਜਿਹਾ ਵਰਤਾਰਾ ਗੁਪਤ ਕਰ ਲਿਆ ਵੀ ਉੱਥੇ ਅਨੰਦਪੁਰ ਸਾਹਿਬ ਤਾਂ ਦੁਨੀਆ ਬਹੁਤ ਜਾਣੇਗੀ, ਇੱਥੇ ਗੁਪਤ ਰਹਿ ਕੇ ਥੋੜਾ ਸਮਾਂ ਗੁਜ਼ਾਰ ਲਈਏ। ਪਗ ਬੰਧਨ ਜੇਠਾ ਕਰ ਪ੍ਰੀਤ। ਮਹਾਰਾਜ ਜਦੋਂ ਪਹੁੰਚੇ, ਭਾਈ ਜੇਠੇ ਮਸੰਦ ਨੇ ਬੜੇ ਪ੍ਰੇਮ ਨਾਲ ਮਾਤਾ ਜੀ ਹੋਰਾਂ ਦੇ ਤੇ ਕਲਗੀਧਰ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਸੇਵਤ ਸਰਬ ਰੀਤ ਕਰਨੀਤ। ਔਰ ਬੜੇ ਪ੍ਰੇਮ ਨਾਲ ਉਹ ਸੇਵਾ ਕਰਨ ਲੱਗਾ। ਗੁਰੂ ਸਾਹਿਬ ਜੀ ਦੀ ਬਹੁਤ ਪਿਆਰ ਨਾਲ ਸੇਵਾ ਕੀਤੀ ਹੈ। ਨਹਿ ਕੋ ਜਾਣ ਸਕਿਓ ਇਤ ਦੇਸ਼। ਇਹ ਇਲਾਕਾ ਜਿਹੜਾ ਸੀ, ਇੱਧਰ ਸਾਧ ਸੰਗਤ ਜੀ ਬਹੁਤੀ ਜਾਣ ਪਛਾਣ ਨਹੀਂ ਸੀ, ਕਿਸੇ ਨੂੰ ਪਤਾ ਨਹੀਂ ਲੱਗਾ। ਅੰਬਾਲੇ ਦੇ ਇਲਾਕੇ ਦੇ ਪਿੰਡਾਂ ਵਿੱਚ ਅਜੇ ਵੀ ਉਹ ਇਲਾਕਾ ਇਹੋ ਜਿਹਾ ਹੈ ਕਿ ਉੱਥੇ ਬਹੁਤ ਭੋਲੇ ਸਾਧੂ ਸੁਭਾਅ ਦੇ ਲੋਕ ਜ਼ਿਆਦਾ ਵਸਦੇ ਹਨ। ਤੋ ਇਸ ਇਲਾਕੇ ਵਿੱਚ ਤੁਰਕਾਂ ਨੂੰ ਵੀ ਕੋਈ ਖਬਰ ਨਹੀਂ ਹੋ ਸਕੀ। ਮਿਲ ਬਾਲਨ ਮਹਿ ਖਿਰਤ ਹਮੇਸ਼। ਸਤਿਗੁਰੂ ਕਲਗੀਧਰ ਜੀ ਹੁਣ ਲਖਨੌਰ ਦੇ ਭਾਨੋ ਖੇੜੀ ਦੇ ਮਰਦੋਂ ਦੇ ਪਿੰਡਾਂ ਦੇ ਬੱਚਿਆਂ ਦੇ ਨਾਲ ਖੇਡਦੇ ਹਨ। ਦਿਨ ਪ੍ਰਤ ਵਧਿਆ ਸਰੀਰ ਬਸਾਲਾ ਹੈ। ਤੇ ਰੋਜ਼ ਸਰੀਰ ਵੱਡਾ ਹੁੰਦਾ ਜਾਂਦਾ, ਵੱਧਦਾ ਜਾ ਰਿਹਾ, ਸਰੀਰ 'ਚ ਤਾਕਤ ਵੱਧਦੀ ਜਾ ਰਹੀ ਹੈ। ਸਤਰਨ ਘਨੇ ਕਰਨ ਜੋ ਘਲ ਹੈ। ਇਹ ਮਹਾਂਬਲੀ ਵਿਜੋਧੇ ਸੂਰਬੀਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਵਾਨ ਹੋਣਾ, ਜਿਨ੍ਹਾਂ ਨੇ ਸ਼ਤਰੂਆਂ ਦੇ ਵੈਰੀਆਂ ਦੇ ਘਰਾਂ ਨੂੰ ਗਾਲ ਕੇ ਰੱਖ ਦੇਣਾ, ਜ਼ਾਲਮਾਂ ਦੀਆਂ ਜੜ੍ਹਾਂ ਪੁੱਟ ਕੇ ਰੱਖ ਦੇਣੀਆਂ, ਦੁਸ਼ਟਾਂ ਦਾ ਨਾਸ਼ ਕਰਨਾ ਹੈ। ਔਰ ਕਥਾ ਬਸ ਬੇ ਲਖਨੌਰ। ਲਖਨੌਰ ਸਾਹਿਬ 'ਚ ਰਹਿ ਕੇ ਜਿਹੜੇ ਜਿਹੜੇ ਕੌਤਕ ਕੀਤੇ ਹਨ, ਜਿਹੜੀ ਲਖਨੌਰ ਸਾਹਿਬ ਦੀ ਕਥਾ ਹੈ ਉਹ ਬੜੀ ਲੰਮੀ ਚੌੜੀ ਹੈ। ਕਹਾਂ ਫੇਰ ਜਹ ਅਵਸਰ ਠਾਰ। ਕਵੀ ਜੀ ਕਹਿੰਦੇ ਮੈਂ ਅੱਗੇ ਚੱਲ ਕੇ ਜਦੋਂ ਸਮਾਂ ਆਵੇਗਾ
ਲਖਨੌਰ ਦੀ ਕਥਾ ਫਿਰ ਕਹਾਂਗਾ। ਸੋ ਉਦੋਂ ਜਦੋਂ ਲਖਨੌਰ ਸਾਹਿਬ ਦੇ ਪ੍ਰਸੰਗ ਲਿਖਾਂਗੇ, ਆਲੇ ਦੁਆਲੇ ਦੇ ਪਿੰਡਾਂ 'ਚ ਮਹਾਰਾਜ ਕਿੱਥੇ ਕਿੱਥੇ ਨਨੇੜੀ ਪਿੰਡ ਗਏ, ਇਸੇ ਤਰ੍ਹਾਂ ਸਾਧ ਸੰਗਤ ਜੀ ਭੇਵੇ ਵਾਲੇ ਪਾਸੇ ਵੀ ਗਏ ਤੇ ਅੰਬਾਲੇ ਵੀ ਪਹੁੰਚੇ, ਤੈਂ ਤੇ ਪਹੁੰਚੇ ਨਗਰ ਅੰਬਾਲੇ। ਉਹ ਸਾਰੀ ਕਥਾ ਅੱਗੇ ਵਰਣਨ ਕਰਾਂਗੇ। ਅਬ ਦਿੱਲੀ ਮਹਿ ਕਰ ਕੀ ਕਥਾ। ਹੁਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਸੰਗ ਜ਼ਰੂਰੀ ਸੁਣਨ ਵਾਲੇ ਨੇ। ਦਿੱਲੀ ਦੇ ਵਿੱਚ ਜੋ ਮਹਾਰਾਜ ਦਿੱਲੀ ਪਹੁੰਚੇ ਸਨ, ਆਗਰੇ ਤੋਂ 12,000 ਫੌਜ ਭੇਜੀ ਔਰੰਗਜ਼ੇਬ ਨੇ ਦਿੱਲੀ ਤੋਂ, ਕਿਉਂਕਿ ਆਗਰੇ 'ਚ ਗੁਰੂ ਸਾਹਿਬ ਗ੍ਰਿਫਤਾਰ ਕੀਤੇ ਗਏ। ਉੱਥੇ ਮਹਾਰਾਜ ਨੂੰ ਆਗਰੇ ਦੇ ਕਿਲ੍ਹੇ ਵਿੱਚ 400 ਸਿਪਾਹੀਆਂ ਨੇ ਘੇਰਾ ਪਾ ਕੇ ਤੇ ਉੱਥੇ ਰੱਖਿਆ। ਤੇ ਗੁਰੂ ਸਾਹਿਬ ਦੇ ਨਾਲ 5 ਸਿੱਖ ਵੀ ਸਨ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਊਦਾ ਜੀ ਤੇ ਭਾਈ ਗੁਰਦਿੱਤਾ ਜੀ। ਇਹਨਾਂ 5 ਸਿੱਖਾਂ ਸਮੇਤ ਮਹਾਰਾਜ ਆਗਰੇ ਦੇ ਕਿਲ੍ਹੇ 'ਚ ਕੁਝ ਸਮਾਂ ਠਹਿਰੇ। ਬਾਦਸ਼ਾਹ ਨੇ, ਔਰੰਗਜ਼ੇਬ ਨੇ 12,000 ਫੌਜ ਦਿੱਲੀ ਤੋਂ ਭੇਜੀ। ਗੁਰੂ ਸਾਹਿਬ ਨੂੰ ਦਿੱਲੀ ਲੈ ਕੇ ਆਓ। ਆਗਰਾ ਦਿੱਲੀ ਤੋਂ 200 ਕਿਲੋਮੀਟਰ ਹੈ। 12,000 ਫੌਜ ਕਿਉਂ ਭੇਜੀ? ਬਈ ਕੋਈ ਹਿੰਦੂ ਰਾਜਾ ਜਾਂ ਗੁਰੂ ਘਰ ਨੂੰ ਮੰਨਣ ਵਾਲਾ ਕੋਈ ਗੁਰੂ ਸਾਹਿਬ ਨੂੰ ਹਮਲਾ ਕਰਕੇ ਛੁਡਾ ਕੇ ਨਾ ਲੈ ਜਾਵੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਰਾਜੇ ਗਵਾਲੀਅਰ ਦੀ ਕੈਦ ਵਿੱਚੋਂ ਛੁਡਾਏ ਸੀ। ਉਹ ਕਈ ਹਿੰਦੂ ਰਾਜੇ ਜਿਹੜੇ ਸੀ ਉਹ ਗੁਰੂ ਸਾਹਿਬ ਦੇ ਇਸ ਕਰਕੇ ਪ੍ਰੇਮੀ ਸਨ। ਕਿਤੇ ਉਹ ਆਪਣਾ ਪਰਉਪਕਾਰ ਯਾਦ ਕਰਕੇ ਵੀ ਸਾਡੇ 'ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਪਕਾਰ ਕੀਤਾ, ਅਸੀਂ ਛੁਡਾ ਲਈਏ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਪਕਾਰ ਦਾ ਬਦਲਾ ਚੁਕਾਈਏ, ਜਾਂ ਕੋਈ ਹੋਰ ਭਾਵਨਾ ਦੇ ਨਾਲ ਕੋਈ ਸਿੱਖ ਜਾਂ ਕੋਈ ਹੋਰ ਬੰਦਾ ਗੁਰੂ ਸਾਹਿਬ ਨੂੰ ਛੁਡਾ ਨਾ ਲਵੇ। ਇੰਨੀ ਸਖਤ ਫੌਜ ਭੇਜ ਕੇ ਸਖਤ ਪਹਿਰੇ 'ਚ 3000 ਬੰਦਾ ਪਹਿਰੇ 'ਤੇ ਅੱਗੇ ਤੁਰਦਾ ਸੀ, 3000 ਫੌਜੀ ਪਿੱਛੇ ਤੁਰਦਾ ਸੀ, 3000 ਫੌਜ ਸੱਜੇ ਪਾਸੇ ਸੀ ਤੇ 3000 ਖੱਬੇ ਪਾਸੇ ਸੀ। ਵਿਚਕਾਰ ਗੁਰੂ ਤੇਗ ਬਹਾਦਰ ਸਾਹਿਬ ਤੇ 5 ਸਿੱਖ ਸਨ। ਵੱਡੇ ਵੱਡੇ ਅਫਸਰ ਗੁਰੂ ਸਾਹਿਬ ਦੇ ਆਲੇ ਦੁਆਲੇ ਬਾਜ ਵਾਲੀ ਅੱਖ ਰੱਖਦੇ ਸਨ ਤੇ ਗੁਰੂ ਸਾਹਿਬ ਦਿੱਲੀ ਆਏ। ਸੋ ਉਹ ਕਥਾ ਹੁਣ ਵਰਣਨ ਕਰਾਂਗੇ। ਸੁਨਹੁ ਗੁਰੂ ਸਿੱਖ ਬਣਨਾ ਜਥਾ। हे ਗੁਰੂ ਕੇ ਸਿੱਖੋ, हे ਗੁਰੂ ਕੇ ਪਿਆਰੇ ਖਾਲਸਾ ਜੀ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿੱਲੀ ਵਿੱਚ ਆਉਣ ਦੀ ਕਥਾ ਤੇ ਦਿੱਲੀ ਵਿੱਚ ਜਿੱਥੇ ਜਿੱਥੇ ਚਰਨ ਪਾਏ, ਜਿਹੜੇ ਜਿਹੜੇ ਕੌਤਕ ਕੀਤੇ, ਉਹ ਸਰਵਣ ਕਰੋ। ਸੈਨ ਸਮੇਤ ਜਬ ਹੈ ਚਲ ਆਏ। ਮਹਾਰਾਜ 12,000 ਫੌਜ ਦੇ ਘੇਰੇ ਵਿੱਚ ਆਗਰੇ ਤੋਂ ਦਿੱਲੀ ਆ ਗਏ ਦੇਖਣ ਹੇਤ ਬ੍ਰਿੰਦ ਉਮਟਾਏ। ਤੇ ਦਿੱਲੀ ਦੇ ਹਜ਼ਾਰਾਂ ਲੋਕ ਉਹਨਾਂ ਨੂੰ ਵੇਖਣ ਵਾਸਤੇ ਅੱਗੇ ਜਾ ਖੜੇ ਹੋਏ। ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨਾਂ ਲਈ ਹਜ਼ਾਰਾਂ ਸੰਗਤਾਂ ਹੱਥ ਜੋੜ ਕੇ ਖੜੀਆਂ ਸਨ ਵੀ ਮਹਾਰਾਜ ਦੇ ਦਰਸ਼ਨ ਕਰਾਂਗੇ। ਤੇ ਜਿਹੜੇ ਤਮਾਸ਼ਬੀਨ ਲੋਕ ਸਨ ਉਹ ਵੀ ਆ ਗਏ ਵੇਖਣ ਵਾਸਤੇ। ਦੋਹਰਾ ਦਿੱਲੀ ਮਹਿਤ ਕਰ ਵਿਖੇ। ਸਾਧ ਸੰਗਤ ਜੀ, ਬਾਦਸ਼ਾਹ ਨੇ ਆਪਣੇ ਕਾਜ਼ੀਆਂ ਮੁਲਾਣਿਆਂ ਨੂੰ ਪੁੱਛਿਆ ਕਿ ਗੁਰੂ ਤੇਗ ਬਹਾਦਰ ਦਿੱਲੀ ਆਏ ਨੇ, ਉਹਨਾਂ ਨੂੰ ਕਿਹੜੀ ਥਾਂ 'ਤੇ ਨਿਵਾਸ ਦਿੱਤਾ ਜਾਵੇ, ਕਿੱਥੇ ਉਹਨਾਂ ਦੀ ਰਿਹਾਇਸ਼ ਦਾ ਬੰਦੋਬਸਤ ਕੀਤਾ ਜਾਵੇ। ਤਾਂ ਉਹਨਾਂ ਕਾਜ਼ੀਆਂ ਨੇ ਆਖਿਆ ਕਿ ਦਿੱਲੀ ਵਿੱਚ ਇੱਕ ਭੂਤਾਂ ਦੀ ਹਵੇਲੀ ਹੈ, ਜਿੱਥੇ ਕੋਈ ਪ੍ਰੇਤ ਆਤਮਾ ਦਾ ਨਿਵਾਸ ਹੈ। ਕੋਈ ਇਹੋ ਜਿਹਾ ਬੰਦਾ ਮਰਨ ਲੱਗਿਆਂ ਆਪਣੇ ਮਕਾਨ ਦਾ ਖਿਆਲ ਕਰ ਬੈਠਾ, ਐਡੀ ਵੱਡੀ ਮੈਂ ਹਵੇਲੀ ਬਣਾਈ ਹੈ ਤੇ ਮੈਂ ਇੱਥੋਂ ਚੱਲਿਆ, ਹੁਣ ਮੈਨੂੰ ਇਹਦੇ 'ਚ ਰਹਿਣਾ ਨਸੀਬ ਨਹੀਂ ਹੋਇਆ। ਅੰਤ ਕਾਲ ਜੇ ਮੰਦਰ ਸਿਮਰੈ, ਮੰਦਰ ਵਿੱਚ, ਮਕਾਨ ਵਿੱਚ, ਬਿਲਡਿੰਗ ਵਿੱਚ ਧਿਆਨ ਚਲਾ ਗਿਆ। ਅੰਤ ਕਾਲ ਜੇ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਉਹ ਫਿਰ ਕੀ ਹੋਇਆ? ਪ੍ਰੇਤ ਜੋਨ ਵੱਲ ਵੱਲ ਉਤਰੈ, ਪ੍ਰੇਤ ਆਤਮਾ ਬਣ ਗਿਆ। ਪ੍ਰੇਤ ਬਣ ਕੇ ਉਸੇ ਮਕਾਨ 'ਚ ਰਹਿੰਦਾ ਸੀ। ਜੇ ਕੋਈ ਉਸ ਮਕਾਨ ਵਿੱਚ ਹੋਰ ਆ ਕੇ ਰਾਤ ਰਵੇ, ਉਹਨੂੰ ਰਹਿਣ ਨਹੀਂ ਸੀ ਦਿੰਦਾ, ਡਰਾ ਦਿੰਦਾ ਸੀ, ਮਾਰ ਦਿੰਦਾ ਸੀ। ਤੇ ਕਈ ਭੂਤ ਪ੍ਰੇਤ ਹੋਰ ਇਕੱਠੇ ਕਰ ਲਏ ਉਸਨੇ, ਆਪਣਾ ਪਰਿਵਾਰ ਭੂਤਾਂ ਦਾ ਵੱਡਾ ਬਣਾ ਲਿਆ। ਉਹਦੀ ਹਵੇਲੀ 'ਚ ਡਰਦਾ ਮਾਰਾ ਕੋਈ ਰਹਿੰਦਾ ਨਹੀਂ ਸੀ। ਦਿੱਲੀ ਵਿੱਚ ਉਹ ਹਵੇਲੀ ਨੂੰ ਭੂਤਾਂ ਦੀ ਹਵੇਲੀ ਕਹਿੰਦੇ ਸੀ।
ਰਹਾ ਦੇਵ ਜਿਸ ਮਾਹੇ। ਕੋਈ ਦਿਓ, ਕੋਈ ਦੈਂਤ, ਕੋਈ ਪ੍ਰੇਤ, ਕੋਈ ਜਿੰਨ ਬਤਾਲ ਭੈੜੀ ਆਤਮਾ ਉੱਥੇ ਰਹਿੰਦੀ ਸੀ। ਜੋ ਹਠ ਕਰ ਨਰ ਤਹ ਬਸ ਹੈ। ਜੇ ਕੋਈ ਜਿੱਦ ਕਰਕੇ, ਹੱਠ ਕਰਕੇ, ਹੌਸਲਾ ਕਰਕੇ ਉਹਦੇ ਵਿੱਚ ਰਹਿ ਜਾਵੇ, ਮਾਰਤ ਕਹਿ ਤਰਸਾਹੇ। ਉਹ ਜਾਂ ਤਾਂ ਉਹਨੂੰ ਮਾਰ ਦਿੰਦਾ ਸੀ ਜਾਂ ਤਰਸਾ ਕੇ ਪਾਗਲ ਕਰ ਦਿੰਦਾ ਸੀ, ਡਰਾ ਦਿੰਦਾ ਸੀ। ਜਾ ਪਈ ਸਗਰੇ ਨਗਰ ਬਿਖਾ ਇਹ ਰੌਲਾ। ਸਾਰੇ ਦਿੱਲੀ ਸ਼ਹਿਰ ਦੇ ਵਿੱਚ ਇਹ ਰੌਲਾ ਸੀ ਵੀ ਇਹ ਭੂਤਾਂ ਦੀ ਹਵੇਲੀ 'ਚ ਰਾਤ ਨਹੀਂ ਕੋਈ ਰਹਿ ਸਕਦਾ। ਨਹ ਪਰਵੇਸ਼ ਹੋਏ ਕੋ ਨਰ ਪਵਰਾ। ਕੋਈ ਵੀ ਬੰਦਾ ਦਰਵਾਜ਼ੇ ਵਿੱਚ ਵੜਦਾ ਨਹੀਂ ਸੀ, ਡਰਦਾ ਮਾਰਾ ਉਸ ਹਵੇਲੀ ਦੇ। ਤਰਾਸਤ ਸਕਲ ਰਹਾ ਨਰ ਬਾਹਰ। ਕਹਿੰਦੇ ਡਰਦੇ ਮਾਰੇ ਲੋਕ ਸਭ ਉਸ ਗਲੀ ਚੋਂ ਨਹੀਂ ਸੀ ਲੰਘਦੇ, ਬਾਹਰ ਹੀ ਰਹਿੰਦੇ ਸੀ, ਹਵੇਲੀ 'ਚ ਵੜਨ ਦੀ ਹਿੰਮਤ ਨਹੀਂ ਸੀ ਕਰਦੇ। ਦਿਨ ਮਹ ਪੀਨਾ ਨਿਕਟ ਹੋਏ ਜਾਹਰ। ਕਹਿੰਦੇ ਰਾਤ ਨੂੰ ਤਾਂ ਕੀ, ਦਿਨ ਵਿੱਚ ਵੀ ਹਵੇਲੀ ਦੇ ਨੇੜੇ ਜਾਣੋਂ ਡਰ ਲੱਗਦਾ ਸੀ ਲੋਕਾਂ ਨੂੰ। ਬੀਚ ਜਾਮਨੀ ਬਸ ਹੈ ਕੌਣ। ਰਾਤ ਤਾਂ ਕਿਸੇ ਨੇ ਉਸ ਹਵੇਲੀ 'ਚ ਕੀ ਰਹਿਣਾ ਹੈ। ਐਸੋ ਬਤੋ ਭਿਆਨਕ ਭਵਨ। ਇਹੋ ਜਿਹਾ ਭਿਆਨਕ ਥਾਂ ਸੀਗਾ, ਇਹੋ ਜਿਹੀ ਡਰਾਉਣੀ ਹਵੇਲੀ ਸੀ ਵੀ ਉਹਦੇ ਵਿੱਚ ਰਾਤ ਰਹਿਣ ਦੀ ਜੁਰਤ ਕੋਈ ਵੀ ਨਹੀਂ ਸੀ ਕਰ ਸਕਦਾ। ਤਰਕੇ ਸ਼ਰਕੀ ਆਇਸ ਕਰੇ। ਔਰੰਗਜ਼ੇਬ ਬਾਦਸ਼ਾਹ ਦੀ ਆਗਿਆ ਪਾ ਕੇ ਤਿਸ ਸਥਾਨ ਸ੍ਰੀ ਗੁਰੂ ਉਤਰਾਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਸ ਹਵੇਲੀ ਵਿੱਚ ਰਾਤ ਰੱਖਿਆ ਗਿਆ। ਭੂਤਾਂ ਦੀ ਹਵੇਲੀ ਦੇ ਵਿੱਚ ਪਹਿਲੀ ਰਾਤ ਦਿੱਲੀ ਸਤਿਗੁਰੂ ਜੀ ਨਿਵਾਸ ਕੀਤਾ ਗਿਆ। ਜਹਾਂ ਤਿਸ ਚੌਂਕੀਦਾਰ ਬਿਠਾਏ। ਔਰ ਆਲੇ ਦੁਆਲੇ ਪਹਿਰੇਦਾਰ ਸਖਤ ਫੌਜਾਂ ਲਾ ਦਿੱਤੀਆਂ। ਉਹ ਫੌਜੀ ਵੀ ਡਰਦੇ ਮਾਰੇ ਹਵੇਲੀ ਦੇ ਅੰਦਰ ਨਹੀਂ ਸੀ ਜਾਂਦੇ, ਬਾਹਰੋਂ ਹੀ ਪਹਿਰਾ ਦਿੰਦੇ ਸਨ। ਪਰ ਗੁਰੂ ਪਾਤਸ਼ਾਹ ਕਿਰਪਾ ਨਿਧਾਨ ਸਤਿਗੁਰੂ ਜਾ ਕੇ ਅਕੰਟਕ ਹੀ ਅੰਦਰ ਬੈਠ ਗਏ। ਸੰਗਜ ਦਾਸ ਬਹਿਰ ਉਤਰਾਏ। ਜਿਹੜੇ ਸੇਵਾਦਾਰ ਨਾਲ ਸਨ, ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਨੂੰ ਬਾਹਰ ਹਵੇਲੀ ਤੋਂ ਬਾਹਰ ਬਰਾਮਦੇ 'ਚ ਬਿਠਾਤਾ। ਅੰਦਰ ਗੁਰੂ ਸਾਹਿਬ ਨੂੰ ਤੇ ਬਾਹਰ ਉਹਨਾਂ ਦੇ ਸਿੱਖਾਂ ਨੂੰ ਬਿਠਾ ਦਿੱਤਾ। ਸਭ ਹਿੰਦੂਆਂ ਕੋ ਪੀਰ ਕਹਾਵਾ। ਤੇ ਕਹਿ ਦਿੱਤਾ ਵੀ ਗੁਰੂ ਤੇਗ ਬਹਾਦਰ ਸਾਰੇ ਹਿੰਦੂਆਂ ਦਾ ਪੀਰ ਕਹਾਂਦਾ ਹੈ। ਅਬ ਮਾਰਸ ਇਸ ਛੁੱਟ ਨਹ ਜਾਵਾ। ਹੁਣ ਇਹ ਮਾਰਿਆ ਜਾਵੇਗਾ। ਅੱਜ ਇਹਨੇ ਪ੍ਰੇਤ ਨਹੀਂ ਮਾਰ ਦੇਣਾ ਇਸ ਨੂੰ, ਹੁਣ ਇਹ ਛੁੱਟ ਕੇ ਨਹੀਂ ਜਾ ਸਕਦਾ। ਇੱਦਾਂ ਮੁਸਲਮਾਨ ਸਿਪਾਹੀ ਜਿਹੜੇ ਮੁਤੱਸਬੀ ਕੱਟੜ ਸਨ, ਈਰਖਾਲੂ ਸਨ, ਉਹ ਇੱਦਾਂ ਦੀਆਂ ਗੱਲਾਂ ਕਰਦੇ। ਸਾਰੀਆਂ ਕੌਮਾਂ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਆ ਸਾਧ ਸੰਗਤ ਜੀ, ਪਰ ਬਹੁਤੇ ਲੋਕ ਜਿਹੜੇ ਹਨ ਉਹ ਕੱਟੜ ਜਿਹੜੇ ਲੋਕ ਹਨ ਨਾ, ਉਹ ਭਾਵੇਂ ਕਿਸੇ ਧਰਮ 'ਚ ਵੀ ਹੋਣ, ਉਹ ਰੱਬ ਦੇ ਨੇੜੇ ਨਹੀਂ ਜਾ ਸਕਦੇ। ਜਿਹੜਾ ਕੱਟੜ ਬੰਦਾ, ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਹਿੰਦੂ ਹੈ, ਭਾਵੇਂ ਸਿੱਖ ਹੈ, ਕੱਟੜਤਾ ਵਾਲਾ ਬੰਦਾ ਰੱਬ ਦੇ ਨੇੜੇ ਨਾ ਗਿਆ। ਦ੍ਰਿੜਤਾ ਹੋਰ ਚੀਜ਼ ਆ, ਆਪਣੇ ਧਰਮ 'ਚ ਪੱਕੇ ਹੋਣਾ, ਇਮਾਨਦਾਰ ਹੋਣਾ, ਸੱਚੇ ਸੁੱਚੇ ਹੋਣਾ, ਉਹਨੂੰ ਕਹਿੰਦੇ ਦ੍ਰਿੜਤਾ। ਤੇ ਈਰਖਾਲੂ ਹੋਣਾ, ਦੂਜਿਆਂ ਨਾਲ ਨਫ਼ਰਤ ਕਰਨੀ, ਆਪਣੇ ਧਰਮ ਨੂੰ ਵੱਡਾ ਸਮਝਣਾ, ਉਹਨੂੰ ਕਹਿੰਦੇ ਕੱਟੜਤਾ। ਆ ਕਿੱਡੀ ਮਾੜੀ ਹਰਕਤ ਕੱਲ੍ਹ ਪਾਕਿਸਤਾਨ ਦੇ ਵਿੱਚ ਇੱਕ ਦੁਸ਼ਟ ਬੰਦੇ ਨੇ ਕੀਤੀ ਹੈ, ਜੋ ਅੰਦਰ ਦੀ ਉਹਨਾਂ ਦੀ ਜੈਲਸ ਹੈ, ਈਰਖਾ ਹੈ। ਉਹ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਤਾਪ ਝੱਲਿਆ ਨਹੀਂ ਜਾਂਦਾ, ਉਹਨਾਂ ਦਾ ਬੁੱਤ ਉੱਥੇ ਲੱਗਾ ਸੀ, ਉਹ ਤੋੜ ਦਿੱਤਾ ਹੈ। ਸੋ ਉਹ ਜਿਹੜੇ ਲੋਕ ਹਨ ਗੁਰੂ ਪਾਤਸ਼ਾਹ ਦੇ ਪੰਥ ਨਾਲ ਈਰਖਾ ਕਰਨ ਵਾਲੇ, ਉਹ ਅਜੇ ਵੀ ਉੱਦਾਂ ਹੀ ਉਹਨਾਂ ਦੇ ਅੰਦਰ ਜੈਲਸ ਹੈ। ਪਰ ਜਿਹੜੇ ਚੰਗੇ ਹਨ ਉਹ ਇੱਜ਼ਤ ਵੀ ਕਰਦੇ ਹਨ। ਹਰ ਕੌਮ ਵਿੱਚ ਮਾੜੇ ਚੰਗੇ ਹੁੰਦੇ। ਸੋ ਤੁਰਕਾਂ ਦੇ ਵਿੱਚ ਜਿਹੜੇ ਈਰਖਾਲੂ ਸੀਗੇ ਨਾ, ਬੜੇ ਮੁਤੱਸਬੀ ਕੱਟੜ ਮੁਸਲਮਾਨ, ਉਹ ਕਹਿੰਦੇ ਹਿੰਦੂਆਂ ਦਾ ਪੀਰ ਹੈ ਗੁਰੂ ਤੇਗ ਬਹਾਦਰ। ਹੁਣ ਪਤਾ ਲੱਗੇਗਾ, ਰਾਤ ਨੂੰ ਭੂਤ ਟੱਕਰੇਗਾ ਇਹਨਾਂ ਨੂੰ, ਇਹਨੂੰ ਭੂਤ ਹੀ ਮਾਰ ਦੇਵੇਗਾ। ਹਾਂਜੀ, ਕਹਿ ਤਰ ਤਰਾਸ ਦੀਨ ਮਹ ਆਵਾ। ਜਾਂ ਭੂਤ ਤੋਂ ਡਰਦਾ ਡਰਦਾ ਗੁਰੂ ਸਵੇਰੇ ਮੁਸਲਮਾਨ ਬਣ ਜਾਏਗਾ, ਜਾਂ ਤਾਂ ਗੁਰੂ ਮੁਸਲਮਾਨ ਬਣ ਜਾਏਗਾ, ਤੇ ਜਾਂ ਫਿਰ ਭੂਤ ਤੋਂ ਡਰ ਕੇ ਮਾਰਿਆ ਹੀ ਜਾਵੇਗਾ, ਖਤਮ ਹੀ ਹੋ ਜਾਵੇਗਾ। ਹਾਂਜੀ, ਤੁਰਕ ਸਕਲ ਮਾਨਖ ਹੋਏ ਜਾਵਾ। ਹਾਂ, ਜਦੋਂ ਇਹ ਗੁਰੂ ਕਹਿੰਦੇ ਨੇ ਮੁਸਲਮਾਨ ਬਣ ਗਿਆ ਨਾ, ਫਿਰ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਏਗਾ, ਫਿਰ ਕੋਈ ਦੂਜਾ ਧਰਮ ਨਹੀਂ ਰਹੇਗਾ। ਇਹ ਗੁਰੂ ਤੇਗ ਬਹਾਦਰ ਦੇ ਮੁਸਲਮਾਨ ਬਣਨ ਦੀ ਦੇਰੀ ਹੈ। ਹਿੰਦੁਸਤਾਨ ਦਾ ਹਰ ਬੰਦਾ ਮੁਸਲਮਾਨ ਹੋਵੇਗਾ। ਦੂਸਰਾ ਧਰਮ ਅਸੀਂ ਵੇਖਣਾ ਨਹੀਂ ਚਾਹੁੰਦੇ। ਸਾਧ ਸੰਗਤ ਜੀ, ਆਪਾਂ ਜਿੰਨੇ ਮਰਜ਼ੀ ਇਹਨਾਂ ਨੂੰ ਸ਼ਰਬਤ ਪਿਆਈ ਜਾਈਏ, ਪਰ ਇਹ ਆਪਣਾ ਡੰਗ ਮਾਰਨ ਨੂੰ ਨਹੀਂ ਹਟਦੇ। ਅੰਦਰ ਉਹੀ ਗੱਲ ਰੱਖੀ ਹੋਈ ਹੈ ਵੀ ਸਾਰੀ ਦੁਨੀਆ ਮੁਸਲਮਾਨ ਬਣਾਉਣੀ ਹੈ, ਸਾਰੀ ਦੁਨੀਆ ਨੂੰ ਆਪਣੀ ਸ਼ਰ੍ਹਾ 'ਚ ਲਿਆਉਣਾ।
ਤੇ ਇਹ ਤੇ ਪਾਤਸ਼ਾਹ ਅੜ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਚਟਾਨ ਦੀ ਤਰ੍ਹਾਂ ਖੜ ਗਏ, ਨਹੀਂ ਤੇ ਅੱਜ ਤੇ ਸਾਰੀ ਦੁਨੀਆ ਇਹੀ ਹੋਣੀ ਸੀ, ਕਰ ਦੇਣਾ ਸੀ ਸਾਰਿਆਂ ਨੂੰ ਮੁਸਲਮਾਨ ਇਹਨਾਂ ਨੇ। ਇਹੋ ਜਿਹੀ ਮੁਤੱਸਬੀ ਕੌਮ ਕੱਟੜ, ਉਹ ਫਿਰ ਖਾਲਸਾ ਜੀ ਉਸ ਵੇਲੇ ਗੱਲਾਂ ਕਰਦੇ, ਕਹਿੰਦੇ ਬਸ ਅੱਜ ਦੀ ਰਾਤ ਹੀ ਹੈ, ਜੇ ਗੁਰੂ ਮਰ ਗਿਆ ਤਾਂ ਵੀ ਆਪਾਂ ਕਹਾਂਗੇ ਵੀ ਕਰਾਮਾਤਾਂ ਬੜੀਆਂ ਲਈ ਫਿਰਦੇ ਸੀ, ਭੂਤ ਨੇ ਮਾਰਤਾ, ਕੋਈ ਗੁਰੂ ਨਹੀਂ ਸੀਗਾ। ਫਿਰ ਜੇ ਨਾਮ ਮਰਿਆ ਤੇ ਅਸੀਂ ਸਵੇਰੇ ਨੂੰ ਡਰਦੇ ਨੂੰ ਕਹਾਂਗੇ ਮੁਸਲਮਾਨ ਬਣ ਜਾ, ਮੁਸਲਮਾਨ ਬਣਾ ਦਿਆਂਗੇ। ਜੇ ਮੁਸਲਮਾਨ ਬਣ ਗਿਆ ਹੋਰ ਵਧੀਆ, ਸਾਰੀ ਦੁਨੀਆ ਮੁਸਲਮਾਨ ਬਣ ਜਾਏਗੀ। ਇੱਦਾਂ ਰਾਤ ਨੂੰ ਤੁਰਕ ਗੱਲਾਂ ਕਰਦੇ ਨੇ। ਬਿਨਾਂ ਯਤਨ ਤੇ ਇਹ ਬਿਦ ਹੋਈ। ਕਹਿੰਦੇ ਜੇ ਗੁਰੂ ਤੇਗ ਬਹਾਦਰ ਮੁਸਲਮਾਨ ਬਣ ਗਏ ਤੇ ਬਿਨਾਂ ਯਤਨ ਦੇ ਸਾਰੀ ਦੁਨੀਆ ਮੁਸਲਮਾਨ ਬਣੇਗੀ। ਇਸਲਾਮ ਦਾ ਝੰਡਾ ਪੂਰੀ ਦੁਨੀਆ ਤੇ ਝੁੱਲ ਜਾਏਗਾ। ਕੈਮਰ ਜਾਹਿਰ ਹੈ ਸਭ ਕੋਈ। ਜਾਂ ਗੁਰੂ ਮਾਰਿਆ ਜਾਵੇਗਾ ਤੇ ਜਾਂ ਗੁਰੂ ਡਰ ਜਾਵੇਗਾ। ਅੱਜ ਦੀ ਰਾਤ ਪਤਾ ਲੱਗ ਜਾਵੇਗਾ। ਨੌਰੰਗ ਸਾਥਕ ਹੈ ਉਮਰਾਵ। ਇੱਦਾਂ ਦੀਆਂ ਗੱਲਾਂ ਵੱਡੇ ਵੱਡੇ ਉਮਰਾਵ ਔਰੰਗਜ਼ੇਬ ਨੂੰ ਕਹਿੰਦੇ ਹਨ। ਰਾਵਰ ਨੇ ਕਿ ਭਲੋ ਉਪਾ। ਹੇ ਬਾਦਸ਼ਾਹ ਸਲਾਮਤ, ਅੱਲਾਹ ਤਾਲਾ ਤੁਹਾਡੀ ਉਮਰ ਲੰਮੀ ਕਰੇ। ਤੁਸੀਂ ਬੜਾ ਵਧੀਆ ਕੰਮ ਕੀਤਾ, ਤੁਹਾਨੂੰ ਬੜਾ ਸਵਾਬ ਮਿਲੇਗਾ। ਤੁਸੀਂ ਵਧੀਆ ਤਰੀਕਾ ਸੋਚਿਆ। ਜੇ ਗੁਰੂ ਤੇਗ ਬਹਾਦਰ ਮੁਸਲਮਾਨ ਬਣਦਾ ਹੈ ਤੇ ਸਮਝੋ ਸਾਰਾ ਦੇਸ਼ ਮੁਸਲਮਾਨ ਬਣਦਾ। ਆਪਣੇ ਇਸਲਾਮ ਦਾ ਰਸਤਾ ਸਾਫ਼ ਹੈ। ਆਪਾਂ ਕੱਲ੍ਹ ਨੂੰ ਗੁਰੂ ਨੂੰ ਮੁਸਲਮਾਨ ਬਣਾ ਲਈਏ। ਬਿਨ ਮਾਰੇ ਹਿੰਦੂ ਮਰ ਜਾਹਾਂ। ਜੇ ਗੁਰੂ ਮੁਸਲਮਾਨ ਬਣ ਗਿਆ, ਹਿੰਦੂ ਬਿਨਾਂ ਮਾਰੇ ਹੀ ਮਰ ਜਾਣਗੇ। ਨਾ ਹਿਤ ਡਰ ਕਰ ਤੁਰਕ ਬਣਾ ਹੈ। ਨਹੀਂ ਤਾਂ ਡਰਦੇ ਮਾਰੇ ਤੁਰਕ ਬਣ ਜਾਣਗੇ। ਜਬ ਇਹ ਦੀਨ ਬਿਖਾ ਹੋਏ ਜਾਏ। ਜਦੋਂ ਇਹ ਦੀਨ ਵਿੱਚ ਆ ਜਾਏਗਾ। ਸਭ ਕੀ ਅਟਕ ਚੁੱਕ ਹੈ ਇੱਕ ਭਾਏ। ਫਿਰ ਰਸਤੇ ਦੀਆਂ ਸਾਰੀਆਂ ਰੁਕਾਵਟਾਂ ਚੁੱਕੀਆਂ ਜਾਣਗੀਆਂ। ਸਲਾਮ ਦਾ ਰਸਤਾ ਸਾਫ਼ ਹੋ ਜਾਏਗਾ। ਇਹ ਹਿੰਦੂਆਂ ਕੋ ਗੁਰੂ ਕਹਾਵਾ। ਇਹ ਹਿੰਦੂਆਂ ਦਾ ਗੁਰੂ ਕਹਾਂਦਾ। ਹਿੰਦੂ ਇਹਨੂੰ ਆਪਣਾ ਗੁਰੂ ਮੰਨਦੇ ਨੇ। ਇਮ ਪੀਛੇ ਸਭ ਕੇ ਮਨ ਭਾਵੈ। ਬਸ ਇਹ ਜੇ ਮੁਸਲਮਾਨ ਗੁਰੂ ਹੀ ਮੁਸਲਮਾਨ ਬਣ ਗਿਆ, ਚੇਲੇ ਤੇ ਬਣਨਗੇ। ਸਾਰਾ ਹਿੰਦੁਸਤਾਨ ਫਿਰ ਆ ਕੇ ਇਸਲਾਮ ਦੇ ਝੰਡੇ ਥੱਲੇ ਅੱਲਾਹੂ ਅੱਲਾਹੂ ਜਪੇਗਾ। ਮੂਰਖ ਮਿਲ ਹੈ ਪਰਸਪਰ ਕਹਾ। ਦਿੱਲੀ ਦੇ ਮੂਰਖ ਤੁਰਕ ਆਪਸ 'ਚ ਇੱਦਾਂ ਦੀਆਂ ਗੱਲਾਂ ਕਰਦੇ ਨੇ। ਕਰ ਕਿਆ ਕਰ ਹੈ ਦੁਸ਼ਟ ਨਹ ਲਹਾ। ਪਰ ਇਹਨਾਂ ਦੁਸ਼ਟਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਤੇਗ ਬਹਾਦਰ ਤੁਹਾਡੀਆਂ ਜੜ੍ਹਾਂ ਪੁੱਟ ਕੇ ਰੱਖ ਦੇਗਾ। ਤੁਸੀਂ ਉਹਨਾਂ ਦਾ ਧਰਮ ਖਤਮ ਕਰਨਾ ਚਾਹੁੰਦੇ ਹੋ, ਤੁਹਾਨੂੰ ਇੱਥੋਂ ਭਜਾ ਦੇਗਾ। ਹਾਂਜੀ, ਆਪਣੀ ਦਈ ਵਸਤੂ ਕੋ ਲੈ। ਉਹਦੇ ਆਪਣਾ ਦਿੱਤਾ ਰਾਜ ਵਾਪਸ ਲੈ ਲੈਣਗੇ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਬਾਬਰ ਨੂੰ 7 ਪੁਸਤਾਂ ਦਾ ਰਾਜ ਦਿੱਤਾ ਸੀ। ਨਾਲ ਕਿਹਾ ਸੀ ਅਸੀਂ ਇਹ ਰਾਜ ਵਾਪਸ ਲਵਾਂਗੇ, ਆਪਣੇ 7 ਸਿਰ ਦੇਵਾਂਗੇ। ਪਹਿਲਾਂ 5ਵੀਂ ਪਾਤਸ਼ਾਹੀ ਨੇ ਸੀਸ ਦਿੱਤਾ, ਫਿਰ 9ਵੇਂ ਪਾਤਸ਼ਾਹ ਨੇ, ਫਿਰ ਸਾਹਿਬਜ਼ਾਦਿਆਂ ਨੇ, ਫਿਰ ਗੁਰੂ ਗੋਬਿੰਦ ਸਿੰਘ। ਸਭ ਕੁਝ ਵਾਰ ਕੇ ਨਾ ਤੇ ਫਿਰ ਰਾਜ ਵਾਪਸ ਖਾਲਸੇ ਨੂੰ ਲੈ ਕੇ ਦੇਣਾ ਸੀ। ਹਾਂਜੀ, ਕਰਕੇ ਕੂੜੇ ਤੁਰਕ ਅਛੇ। ਗੁਰੂ ਇਹਨਾਂ ਨੂੰ ਝੂਠੇ ਕਰਕੇ ਮਾਰੇਗਾ, ਕੂੜੇ ਕਰਕੇ। ਇਹਨਾਂ ਨੂੰ ਪਤਾ ਨਹੀਂ ਤੁਰਕਾਂ ਨੂੰ। ਚੌਕੀਦਾਰ ਖਰੇ ਚਾਹ ਪਾਸੇ। ਚਾਰੇ ਪਾਸੇ ਚੌਕੀਦਾਰ ਲਾ ਦਿੱਤੇ। ਅੰਤਰ ਤਿਸ ਕਰਕੇ ਗੁਰਬਾਸੇ। ਮਹਾਰਾਜ ਉਸ ਘਰ ਦੇ ਅੰਦਰ ਬੜੇ ਹਨ। ਮਿਟਿਓ ਪ੍ਰਕਾਸ਼ ਤਿਮਰ ਜਬ ਛਾਇਓ। ਸੋ ਸਾਧ ਸੰਗਤ ਜੀ, ਜਦੋਂ ਹਨੇਰਾ ਹੋਇਆ ਉਸ ਵੇਲੇ ਦੇਹ ਭਿਆਨਕ ਪ੍ਰੇਤ ਸੋ ਆਇਓ। ਸੋ ਉਸ ਮਕਾਨ ਦਾ ਮਾਲਕ ਉਹ ਪ੍ਰੇਤ ਗੁਰੂ ਸਾਹਿਬ ਕੋਲ ਆਵੇਗਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰੇਗਾ, ਮਹਾਰਾਜ ਮੇਰੀ ਮੁਕਤੀ ਕਰੋ। ਕਿਉਂਕਿ ਪ੍ਰੇਤ ਆਤਮਾਵਾਂ ਹਮੇਸ਼ਾ ਆਪਣੀ ਮੁਕਤੀ ਲਈ ਤੜਫਦੀਆਂ ਰਹਿੰਦੀਆਂ। ਗੁਰਦੁਆਰਿਆਂ, ਮੰਦਰਾਂ, ਧਰਮ ਸਥਾਨਾਂ ਤੇ ਸਾਧੂਆਂ, ਸੰਤਾਂ, ਮਹਾਂਪੁਰਸ਼ਾਂ ਦੇ ਚਰਨਾਂ ਜਾਂਦੀਆਂ, ਕੋਈ ਸਾਡਾ ਭਲਾ ਹੋ ਜੇ। ਦੁਖੀ ਬੜੇ ਹੁੰਦੇ ਆ ਪ੍ਰੇਤ। ਜਿੰਨਾ ਪ੍ਰੇਤ ਜੂਨੀ 'ਚ ਦੁੱਖ ਹੈ, ਹੋਰ ਸ਼ਾਇਦ ਕਿਸੇ ਜੂਨੀ 'ਚ ਇੰਨਾ ਦੁੱਖ ਨਾ ਹੋਵੇ। ਕਿਉਂਕਿ ਜਿਹੜੀਆਂ ਜੂਨਾਂ, ਸੱਪ, ਕੀੜੇ ਮਕੌੜੇ, ਇਹਨਾਂ ਦਾ ਮੂੰਹ ਵੀ ਹੁੰਦਾ ਖਾਣ ਪੀਣ ਨੂੰ, ਇਹਨਾਂ ਨੂੰ ਪਦਾਰਥ ਮਿਲਦਾ। ਪ੍ਰੇਤਾਂ ਦਾ ਬੜਾ ਸੂਖਮ ਜਿਹਾ ਹੁੰਦਾ। ਸੂਖਮ ਹੋਣ ਕਰਕੇ ਫਿਰ ਉਹ ਸੂਈ ਜਿੰਨਾ ਕਹਿੰਦੇ ਮੂੰਹ ਹੁੰਦਾ, ਉਹਦੇ ਨਾਲ ਖਾਣਾ, ਉਹਦੇ ਨਾਲ ਹੀ ਫਿਰ ਮਲ ਮੂਤਰ ਤਿਆਗਣਾ। ਇੱਦਾਂ ਦੀਆਂ ਬੜੀਆਂ ਇਹਨਾਂ ਦੀਆਂ ਭਿਆਨਕ ਖੇਡਾਂ ਦੱਸੀਆਂ ਗਈਆਂ ਪੁਰਾਣੇ, ਜਿਨ੍ਹਾਂ ਮਹਾਂਪੁਰਸ਼ਾਂ ਨੇ ਅਨੁਭਵੀਆਂ ਨੇ। ਕਿਉਂਕਿ ਇਹ ਚੀਜ਼ਾਂ ਆਮ ਤਾਂ ਦਿਸਦੀਆਂ ਨਹੀਂ, ਬਾਣੀ 'ਚ ਮਹਾਰਾਜ ਨੇ ਲਿਖੀਆਂ ਨੇ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ, ਕਈ ਕਰੋੜਾਂ ਦੀ ਤਾਦਾਦ ਵਿੱਚ, ਅਰਬਾਂ ਦੀ ਬੇਅੰਤ ਨੇ। ਜਿੰਨੇ ਬੰਦੇ ਤੁਰੇ ਫਿਰਦੇ ਨਾ, ਇਹਦੇ ਨਾਲੋਂ ਲੱਖਾਂ ਗੁਣਾ ਜ਼ਿਆਦਾ ਉਹ ਰੂਹਾਂ ਭਟਕੀਆਂ ਹੋਈਆਂ ਰੂਹਾਂ ਫਿਰਦੀਆਂ ਹਨ। ਸੋ ਉਹਨਾਂ ਦਾ
ਉਹਨਾਂ ਨੂੰ ਕਲਿਆਣ ਮੁਕਤੀ ਚਾਹੀਦੀ ਹੈ, ਮਿਲਦੀ ਹੈ ਧਰਮ ਸਥਾਨਾਂ ਤੋਂ, ਗੁਰੂਆਂ ਤੋਂ, ਮਹਾਂਪੁਰਸ਼ਾਂ ਤੋਂ। ਉਹ ਫਿਰ ਆ ਕੇ ਤਰਲੇ ਕੱਢਦੇ ਆ। ਕਿਵੇਂ ਇਹ ਪ੍ਰੇਤ ਆਤਮਾ ਗੁਰੂ ਸਾਹਿਬ ਤੇਗ ਬਹਾਦਰ ਸਾਹਿਬ ਜੀ ਮਹਾਰਾਜ 9ਵੇਂ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰ ਹੋਈ, ਉਹ ਕਥਾ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾ, ਹੇ ਸਮਰਾਥ ਅਗੰਮ ਪੂਰਨ ਮੋਹਿ ਮਾਇਆ ਧਾਰ, ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਕਰੀਆਂ, ਸ਼ਬਦ ਗਾਵਣਿਆ ਸ਼ਬਦੋ ਤਾਂ ਗਾਵੋ ਹਰੀ ਤੇਰਾ, ਮਨ ਜਿਨਿ ਵਸਾਇਆ। ਕਹਿ ਨਾਨਕ